दिन बोलिया सी ना मांझी सांझी जिहा जिहड़ा विच बाइबल कला मैं कहनी असली दोषी वो ने जिहड़ा धरना दिता सी। कौन हो तुसी? दोषी हो, प्रचारक हो? काम एक कर लो, जा गुरु के सिख बन जाओ, नहीं इत्थे गुरु का खड़ा छड्ड के गुरधामां दा अपना सौदा साध दी जाके गद्दी साਂਭ लो, सुखवीर नूं उत्थे समा दो। उदां ये गल्लां करदे आ, सानूं कीड़ी भी तुरदी दिखदी है जी। जी पंजाब दे विच गुरु ग्रंथ साहिब दी बेअदबी वाले नहीं इन्हां नूं दिखे। ये चोर ने, ये ठग ने, इन्हां कोले कोई साडीआं गल्लां दा जवाब नहीं हैगा। काल तख्त महान है, बादल दे जथेदारां ने रोलीए दी शान है, असीं ये कहने आ। गुरु की बेअदबी ਲਈ ਇਹੋ ਜਿਹਾ ਸੰਘਰਸ਼ ਕਿਉਂ ਨਹੀਂ ਛੇੜਿਆ ਪੰਜਾਬ ਦੀ ਧਰਤੀ ਤੇ, ਜਿਹੋ ਜਿਹਾ ਕਿਸਾਨਾਂ ਨੇ ਆਪਣੀ ਹੋਂਦ ਬਚਾਉਣ ਲਈ ਛੇੜਿਆ? ਜੇ ਉਹ ਝੂਠ ਬੋਲਣ ਵਾਲੇ ਬੰਦੇ ਨੂੰ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵਰਗੀ ਪਦਵੀ ਕਿਉਂ ਦਿੱਤੀ ਗਈ? ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਗਿਆਨੀ ਜੀ, ਬਾਦਲਾਂ ਨੇ ਪੰਥਕ ਸਫਾਂ 'ਚ ਹੁਣ ਖੜੇ ਨਹੀਂ ਹੋਣਾ। ਟੌਰਚਰ ਦੀ ਗੱਲ ਤਾਂ ਦੂਰ, ਕਿਸੇ ਇੱਕ ਵੀ ਡੇਰਾ ਪ੍ਰੇਮੀ ਤੋਂ ਇਹਨਾਂ ਨੇ ਇਸ ਮਸਲੇ ਤੇ ਪੁੱਛਗਿੱਛ ਵੀ ਕੀਤੀ ਹੋਵੇ ਤੇ ਨਾ ਗਿਣਾ ਦੇਣ ਜੀ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਰਸ਼ਰਨ ਕੌਰ ਤੁਹਾਡੇ ਨਾਲ ਹਾਜ਼ਰ ਹਾਂ ਤੇ ਅੱਜ ਅਸੀਂ ਜਿਸ ਮਸਲੇ ਤੇ ਗੱਲ ਕਰਨ ਲੱਗੇ ਹਾਂ, ਪੰਜਾਬ ਦੇ ਵਿੱਚ ਉਹ ਮੁੱਦਾ 2015 ਤੋਂ ਬਾਅਦ ਮੁੱਖ ਮੁੱਦਾ ਬਣਿਆ ਹੋਇਆ ਹੈ। ਚਾਹੇ ਕੋਈ ਧਰਮ ਦਾ ਮਸਲਾ ਹੋਵੇ, ਚਾਹੇ ਸਿਆਸੀ ਮਸਲਾ ਹੋਵੇ, ਜਾਂ ਆਪਾਂ ਕਹਿ ਲਈਏ ਕਿ ਵੋਟਾਂ ਦਾ ਦੌਰ ਹੋਵੇ, ਸਿਆਸੀ ਲੀਡਰਾਂ ਦੇ ਵਿੱਚ ਇੱਕ ਦੂਸਰੇ ਤੇ ਦੋਸ਼ਣਬਾਜ਼ੀ ਕਰਨ ਦੀ ਗੱਲ ਹੋਵੇ, ਬੇਅਦਬੀ ਦਾ ਮੁੱਦਾ ਇਸ ਵਕਤ ਪਿਛਲੇ 6 ਸਾਲਾਂ ਤੋਂ ਪੰਜਾਬ ਦਾ ਅਹਿਮ ਮੁੱਦਾ ਬਣਿਆ ਹੋਇਆ ਹੈ। ਪਿਛਲੇ ਦਿਨੀ ਇੱਕ ਨਵੀਂ ਗੱਲ ਉੱਠੀ ਹੈ ਇਸ ਮਸਲੇ ਦੇ ਵਿੱਚ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਧਰਨਾ ਦੇਣ ਵਾਲੇ ਸੀ ਉਹੀ ਦੋਸ਼ੀ ਸੀ, ਯਾਨੀ ਕਿ ਧਰਨਾ ਦੇਣ ਵਾਲੇ ਸਿੱਖ ਸੀਗੇ ਉਹੀ ਦੋਸ਼ੀ ਸੀਗੇ। ਇਹ ਉਹਨਾਂ ਦਾ ਬਿਆਨ ਹੈ, ਬਿਲਕੁਲ ਇਨ ਬਿਨ ਅੱਖਰ ਜੋ ਉਹਨਾਂ ਨੇ ਬੋਲੇ ਨੇ ਉਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਬੀਬੀ ਜਗੀਰ ਕੌਰ ਤੋਂ ਪਹਿਲਾਂ ਜਿਹੜੇ ਆਈਜੀ ਰਣਵੀਰ ਸਿੰਘ ਖੱਟੜਾ ਜਿਹੜੇ ਪਹਿਲੀ ਸਿੱਟ ਦੇ ਮੁਖੀ ਸੀ, ਉਹਨਾਂ ਨੇ ਵੀ 1 ਘੰਟਾ ਜਾ ਕੇ ਅਕਾਲ ਤਖਤ ਸਾਹਿਬ ਦੇ ਆਪਣੇ ਬਿਆਨ ਜਿਹੜੇ ਕਲਮਬੰਦ ਕਰਵਾਏ ਨੇ। ਉਹਨਾਂ ਦੇ ਵਿੱਚ ਵੀ ਤਕਰੀਬਨ ਇਹੀ ਗੱਲ ਉਹਨਾਂ ਨੇ ਕਹੀ ਹੈ ਕਿ ਜਾਂਚ ਪਹਿਲੇ ਦਿਨ ਹੀ ਸਹੀ ਤਰੀਕੇ ਦੇ ਨਾਲ ਨਹੀਂ ਚੱਲੀ, ਕਿਉਂਕਿ ਸਾਡੇ ਜਿਹੜੇ ਸਿੱਖ ਉੱਥੇ ਧਰਨਾ ਦੇ ਰਹੇ ਸੀ ਉਹਨਾਂ ਕਰਕੇ ਜਾਂਚ ਸਹੀ ਤਰੀਕੇ ਦੇ ਨਾਲ ਨਹੀਂ ਚੱਲੀ। ਬੀਬੀ ਜਗੀਰ ਕੌਰ ਨੇ ਖਾਸ ਤੌਰ ਤੇ ਨਾਮ ਲਿਆ ਹੈ ਇੱਕ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਦਾ। ਜਿਸ ਤਰੀਕੇ ਦੀ ਭਾਸ਼ਾ ਉਹਨਾਂ ਨੇ ਵਰਤੀ ਹੈ ਉਹ ਸ਼ਾਇਦ ਤੁਸੀਂ ਸਾਰਿਆਂ ਨੇ ਸੁਣ ਲਈ ਹੋਣੀ। ਤੇ ਅੱਜ ਸਾਡੇ ਨਾਲ ਭਾਈ ਹਰਜਿੰਦਰ ਸਿੰਘ ਮਾਝੀ ਜੁੜੇ ਹੋਏ ਨੇ, ਉਹਨਾਂ ਤੋਂ ਸਵਾਲ ਪੁੱਛਾਂਗੇ ਜੋ ਬੀਬੀ ਜਗੀਰ ਕੌਰ ਨੇ ਇਲਜ਼ਾਮ ਚੁੱਕੇ ਨੇ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। तो पहला सवाल यही है, जो बीबी जगीर कौर एसजीपीसी के प्रधान ने, उन्होंने एक बयान दिता है, एक जिम्मेदार संस्था के प्रधान ने, एक बड़े अहदे ते बैठे ने, उन्होंने जो कोई बयान दिता है तो कोई ना कोई मतलब तो होएगा ही। तो उन्होंने कहा कि जिहड़े धरना देने वाले सी वही दोषी सीगे। नाम तुहाडा लिया, कौन हो तुसी? दोषी हो, प्रचारक हो? ਭੈਣ ਜੀ, ਮੈਂ ਤੁਹਾਨੂੰ ਜਿਹੜਾ ਚਲੋ ਬੀਬੀ ਜਗੀਰ ਕੌਰ ਜੀ ਨੇ ਦਿੱਤਾ ਇਹ ਬਿਆਨ, ਜਿਸ ਕਿਸਮ ਦਾ ਦਿੱਤਾ ਵਰਡਨ, ਤੁਸੀਂ ਭਾਵੇਂ ਉਹ ਨਹੀਂ ਵਰਤ ਰਹੇ, ਮੈਂ ਦੱਸ ਦੇਣਾ ਇੱਕ ਵਾਰੀ। ਉਹਨੇ ਕਿਹਾ ਕਿ ਉਹ ਮਾਝੀ ਸਾਜੀ ਜਿਹੜਾ ਉਸ ਦਿਨ ਬੋਲਦਾ ਸੀ, ਬਾਈਬਲ ਕਲਾਂ ਜਿਨ੍ਹਾਂ ਨੇ ਧਰਨਾ ਦਿੱਤਾ ਇਹੀ ਦੋਸ਼ੀ ਨੇ, ਅਸਲ ਦੋਸ਼ੀ ਨੇ। ਉਹਨੂੰ 2 ਵਾਰੀ ਰਿਪੀਟ ਕੀਤਾ ਗੱਲ ਨੂੰ। ਉਹ ਜਿਹੜਾ ਦਿਨ ਬੋਲਿਆ ਸੀ ਨਾ ਮਾਂਝੀ ਸਾਂਝੀ ਜਿਹਾ ਜਿਹੜਾ ਵਿੱਚ ਬਾਈਬਲ ਕਲਾ ਮੈਂ ਕਹਿੰਨੀ ਅਸਲੀ ਦੋਸ਼ੀ ਉਹ ਨੇ ਜਿਹੜਾ ਧਰਨਾ ਦਿੱਤਾ ਸੀ। ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ, ਜਿਹੜਾ ਉਸ ਦਿਨ ਬੋਲਦਾ ਸੀ ਉਹ ਕਿਸ ਦਿਨ ਮੈਂ ਬੋਲਦਾ ਸੀ? ਜਦੋਂ ਜੌਲੀਆਂ ਪਿੰਡ ਦੇ ਵਿੱਚ ਬੇਅਦਬੀ ਘਟਨਾਕ੍ਰਮ ਤੋਂ ਬਾਅਦ 25 ਜੂਨ ਨੂੰ ਬੇਅਦਬੀ ਹੋਈ, 29 ਜੂਨ, ਹਾਂਜੀ 29 ਜੂਨ ਨੂੰ ਜਦੋਂ ਬੀਬੀ ਜਗੀਰ ਕੌਰ ਜੀ ਉੱਥੇ ਆਏ ਤੇ ਮੈਂ 4 ਸਵਾਲ ਕੀਤੇ ਸੀਗੇ, ਔਰ ਉਹ ਮੈਂ ਡਿਟੇਲ 'ਚ ਨਹੀਂ ਜਾਂਦਾ, ਸਾਰਿਆਂ ਨੇ ਸੁਣੇ ਹੋਏ ਨੇ। 4 ਸਵਾਲ ਕੀਤੇ। ਇੱਕ ਵਾਰੀ ਜ਼ਰੂਰ ਦੱਸੋ ਕਿਹੜੇ ਸਵਾਲ ਸੀ ਜਿਨ੍ਹਾਂ ਤੋਂ ਫਿਰ ਜੇ ਬੀਬੀ ਜੀ ਨੇ ਉਸ ਦਿਨ ਦਾ ਨਾਮ ਲਿਆ ਤਾਂ ਉਹਨਾਂ ਤੋਂ ਤਕਲੀਫ ਹੋਈ ਹੋਏਗੀ? ਸਵਾਲ ਕਿਹੜੇ ਸੀ? ਬਿਲਕੁਲ, ਪਹਿਲਾ ਸਵਾਲ ਸੀਗਾ ਭੈਣ ਜੀ ਕਿ ਗਿਆਨੀ ਗੁਰਮੁਖ ਸਿੰਘ ਜੀ ਹੋਰਾਂ ਨੇ ਇਹ ਕਿਹਾ ਸੀ ਕਿ
ਬਾਦਲਾਂ ਨੇ ਸਾਨੂੰ ਜਥੇਦਾਰਾਂ ਨੂੰ ਆਪਣੀ ਕੋਠੀ 'ਚ ਤਲਬ ਕਰਕੇ ਸੌਦਾ ਸਾਧ ਨੂੰ ਮਾਫ ਕਰਨ ਲਈ ਕਿਹਾ ਸੀਗਾ। ਜੀ ਜਦੋਂ ਗਿਆਨੀ ਗੁਰਮੁਖ ਸਿੰਘ ਨੇ ਇਹ ਕਿਹਾ ਤਾਂ ਉਹਨਾਂ ਨੂੰ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਹਟਾ ਕੇ ਲਾ ਦਿੱਤਾ ਗਿਆ ਧਮਧਾਨ ਸਾਹਿਬ ਦੇ ਵਿੱਚ। ਜੀ ਤੇ ਜਦੋਂ ਉਹ ਆਪਣੇ ਵਿਚਾਰਾਂ ਤੋਂ ਮੁਕਰੇ, ਦੁਬਾਰਾ ਫਿਰ ਉਹਨਾਂ ਨੂੰ ਜਿਹੜਾ ਸੀਗਾ ਅਕਾਲ ਤਖਤ ਸਾਹਿਬ ਦਾ ਹੈੱਡ ਗ੍ਰੰਥੀ ਬਣਾ ਦਿੱਤਾ। ਮੈਂ ਪੁੱਛਿਆ ਕਿ ਬੀਬੀ ਜੀ ਦੇਖੋ, ਦੋ ਗੱਲਾਂ ਗਿਆਨੀ ਗੁਰਮੁਖ ਸਿੰਘ ਨੇ ਕੀਤੀਆਂ ਨੇ। ਇੱਕ ਵਾਰੀ ਤਾਂ ਉਹ ਜ਼ਰੂਰ ਝੂਠ ਬੋਲੇ ਨੇ, ਜੇ ਉਹ ਝੂਠ ਬੋਲਣ ਵਾਲੇ ਬੰਦੇ ਨੂੰ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵਰਗੀ ਪਦਵੀ ਕਿਉਂ ਦਿੱਤੀ ਗਈ? ਜੀ ਦੂਜਾ ਮੇਰਾ ਸਵਾਲ ਸੀਗਾ ਕਿ ਜਿਹੜੇ 328 ਸਰੂਪ ਨੇ, ਉਹਦਾ ਮੈਮੋਰੰਡਮ ਦੇਣ ਵਾਸਤੇ ਅਸੀਂ ਕਿਹਦੇ ਕੋਲ ਜਾਈਏ? ਉਹ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਅਧੀਨ ਜਿਹੜੇ ਨੇ ਛਪਾਈ ਹੋਈ ਹੈ, ਉਹਦਾ ਹਿਸਾਬ ਕਿਤਾਬ ਦਿਓ। ਤੀਜਾ ਮੇਰਾ ਸਵਾਲ ਸੀ ਕਿ ਜਦੋਂ ਬਿਨਾਂ ਮੰਗਿਆਂ ਜਥੇਦਾਰਾਂ ਨੇ ਮਾਫੀ ਦਿੱਤੀ ਸੌਦਾ ਸਾਧ ਨੂੰ, ਤਾਂ ਸੰਗਤ ਨੇ ਵਿਰੋਧ ਕੀਤਾ। ਸੰਗਤ ਦੇ ਵਿਰੋਧ ਨੂੰ ਦਬਾਉਣ ਲਈ ਗੁਰੂ ਕੀ ਗੋਲਕ ਦੇ ਵਿੱਚੋਂ 90 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਨੇ ਵਰਤਿਆ, ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਕਿ ਤੁਸੀਂ ਇਸ ਮਾਫੀ ਨੂੰ ਪ੍ਰਵਾਨ ਕਰੋ। ਤਾਂ ਮੇਰਾ ਸਵਾਲ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ 90 ਲੱਖ ਰੁਪਈਆ ਕਦੋਂ ਅਤੇ ਕਿਸ ਤੋਂ ਉਹਦੀ ਭਰਪਾਈ ਕਰਵਾਊਗੀ? ਚੌਥਾ ਜਿਹੜਾ ਮੇਰਾ ਸਵਾਲ ਸੀਗਾ, ਮਲੇਰਕੋਟਲਾ ਇਲਾਕੇ ਦੇ ਵਿੱਚ 35 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ 250 ਤੋਂ ਵੱਧ ਪੋਥੀਆਂ ਇੱਥੇ ਚੁੱਕ ਕੇ ਲੈ ਗਏ ਬੰਦੇ। ਉਹ ਗਿਆਨੀ ਗੁਰਬਚਨ ਸਿੰਘ ਜੀ ਦੇ ਹਸਤਾਖਰਾਂ ਵਾਲਾ ਪੱਤਰ ਮੇਰੇ ਕੋਲ ਅੱਜ ਵੀ ਮੌਜੂਦ ਹੈ। ਇਹ ਪੱਤਰ ਦਿਖਾ ਕੇ ਉਹ ਲੈ ਕੇ ਗਏ ਨੇ। ਉਹ ਸਰੂਪ ਕਿੱਥੇ ਨੇ ਕਿਸੇ ਨੂੰ ਕੋਈ ਪਤਾ ਨਹੀਂ। ਸਭ ਕੁਝ ਰਿਕਾਰਡ ਮੇਰੇ ਕੋਲ ਹੈ। ਮੈਂ ਇਹ ਸਾਰਾ ਰਿਕਾਰਡ ਬੀਬੀ ਜੰਗੀਰ ਕੌਰ ਜੀ ਨੂੰ ਦਿੱਤਾ, ਤਾਂ ਇਹਦੇ ਜਵਾਬ ਵਿੱਚ ਬੀਬੀ ਜੰਗੀਰ ਕੌਰ ਜੀ ਨੇ ਉਸ ਵਕਤ ਉੱਥੇ ਭਰੀ ਸੰਗਤ 'ਚ ਕਿਹਾ, ਜਿਹੜੀ ਕਿ ਰਿਕਾਰਡਿੰਗਾਂ ਮੌਜੂਦ ਨੇ, ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਮੈਂ ਤੁਹਾਨੂੰ ਲਿਖਤੀ ਜਵਾਬ ਭੇਜਾਂਗੀ। ਤਾਂ ਮੈਨੂੰ ਤਾਂ ਸੀਗਾ ਵੀ ਚਲੋ ਇਹ ਸਾਰਾ ਜਿਹੜਾ ਖਾਸ ਤੌਰ ਤੇ 35 ਸਰੂਪਾਂ ਵਾਲਾ ਮਸਲਾ ਮਲੇਰਕੋਟਲੇ ਦਾ ਜਾਂ ਹੋਰ ਮਸਲਿਆਂ ਦੇ ਉੱਤੇ ਬੀਬੀ ਜੀ ਜਵਾਬ ਦੇਣਗੇ। ਉਹ ਇਹ ਵੀ ਕਿਹਾ ਉਹਨਾਂ ਨੇ ਕਿ ਮੇਰਾ ਫਰਜ਼ ਬਣਦਾ ਹੈ ਜਵਾਬ ਦੇਣ ਦਾ। ਇਹ ਵਰਡਿੰਗ ਹੈ ਉਹਨਾਂ ਦੀ ਕਿ ਮੈਂ ਇੱਕ ਜ਼ਿੰਮੇਵਾਰ ਅਹੁਦੇ ਤੇ ਹਾਂ। ਪਰ ਲਗਭਗ 1 ਮਹੀਨੇ ਬਾਅਦ ਜਦੋਂ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੁੰਦੀ ਹੈ, ਉਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਤੇ ਬੀਬੀ ਜੰਗੀਰ ਕੌਰ ਜੀ ਕਹਿੰਦੇ ਨੇ ਕਿ ਮਾਝੀ ਸਾਜੀ ਜਿਹੜਾ ਉਸ ਦਿਨ ਬੋਲਦਾ ਸੀ। ਸੋ ਇਹ ਇਸ ਤਰ੍ਹਾਂ ਦੀਆਂ ਵਰਡਿੰਗਾਂ ਵਰਤ ਕੇ ਜਾਂ ਦੋ ਜਿਹੜੇ ਸਵਾਲ ਤੁਸੀਂ ਉਸ ਦਿਨ ਪੁੱਛੇ ਨੇ, ਜੌਲੀਆਂ, ਸੰਗਰੂਰ ਜ਼ਿਲ੍ਹੇ ਦੇ ਜੌਲੀਆਂ ਪਿੰਡ ਦੇ ਵਿੱਚ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ। ਇਹ ਜਿਹੜੇ ਚਾਰੇ ਸਵਾਲ ਨੇ ਇਹ ਪਿਛਲੀਆਂ ਘਟਨਾਵਾਂ ਨਾਲ ਸੰਬੰਧਿਤ ਹੈਗੇ ਨੇ ਔਰ ਸਾਰੇ ਬੇਅਦਬੀ ਨਾਲ ਵੀ ਸੰਬੰਧਿਤ ਨਹੀਂ ਹੈਗੇ। ਤਾਂ ਉੱਥੇ ਹੀ ਤੁਸੀਂ ਇਹ ਸਵਾਲ ਕਿਉਂ ਪੁੱਛੇ? ਵੱਖਰੇ ਤੌਰ ਤੇ ਮੀਟਿੰਗ ਦਾ ਸਮਾਂ ਲੈ ਕੇ ਉਹਨਾਂ ਤੋਂ ਫਿਰ ਵੀ ਪੁੱਛੇ ਜਾ ਸਕਦੇ ਸੀ, ਉਹੀ ਸਮਾਂ ਕਿਉਂ? ਬਿਲਕੁਲ ਭੈਣ ਜੀ, ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਜੌਲੀਆਂ ਪਿੰਡ ਦੇ ਵਿੱਚ ਬੇਅਦਬੀ ਘਟਨਾਕ੍ਰਮ ਵਾਪਰਿਆ, ਇਹਦਾ ਜਿਹੜਾ ਮੁੱਢ ਵੱਜਿਆ ਸੀ ਇਹ ਬੇਅਦਬੀਆਂ ਦਾ ਦੌਰ। ਹਾਲਾਂਕਿ ਉਸ ਤੋਂ ਪਹਿਲਾਂ ਵੀ 1986 ਦੇ ਵਿੱਚ ਵੀ ਬੇਅਦਬੀ ਹੋਈ, ਉਸ ਤੋਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ। ਪਰ ਮੈਂ ਕਹਿਣਾ ਚਾਹੁੰਦਾ ਸੀ, ਮੈਂ ਸ਼ੁਰੂਆਤ ਇੱਥੋਂ ਹੀ ਕੀਤੀ ਕਿ ਬੀਬੀ ਜੀ ਅੱਜ ਤੁਸੀਂ ਵੀ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਦਰਸ਼ਨ ਕੀਤੇ ਨੇ। ਰਾਤ ਜਦੋਂ 11:30 ਵਜੇ ਸੰਗਤਾਂ ਨੇ ਇੱਥੇ ਦਰਸ਼ਨ ਕੀਤੇ ਜੌਲੀਆਂ ਦੇ ਵਿੱਚ, ਤਾਂ ਲੋਕ ਭੁੱਬਾਂ ਮਾਰ ਕੇ ਰੋਪੇ ਸੀਗੇ ਤੇ ਕਿਸੇ ਦੇ ਵੀ ਅੱਖ ਨਹੀਂ ਸੀ ਇਹੋ ਜੀ ਜਿਹਨੇ ਅਥਰੂ ਨਾ ਸੁੱਟੇ ਹੋਣ। ਪਰ ਮੈਂ ਕਿਹਾ ਜੀ ਇਹ ਬੇਅਦਬੀਆਂ ਦਾ ਮੁੱਢ ਤਾਂ ਉਦੋਂ ਹੀ ਵੱਜਿਆ ਨਾ ਜਦੋਂ ਤੁਸੀਂ ਬਿਨਾਂ ਮੰਗਿਆ ਮਾਫੀ, ਉਹ ਸਾਰਾ ਸਰਕਲ ਚੱਲਿਆ ਵੀ ਕੜੀਆਂ ਤਾਂ ਕਿਤੇ ਨਾ ਕਿਤੇ ਉਦੋਂ ਸ਼ੁਰੂ ਹੋਈ, ਉਦੋਂ ਹੌਸਲੇ ਹੁੰਦੇ ਨੇ। ਤਾਂ ਮਤਲਬ ਸਵਾਲ ਫਿਰ ਪੁੱਛੇ ਸੀ ਤਾਂ ਉਦੋਂ ਕੋਈ ਤਲਖੀ ਵਾਲਾ ਮਾਹੌਲ ਤਾਂ ਨਹੀਂ ਬਣਿਆ ਸੀ? ਬੜੇ ਚੰਗੇ ਮਾਹੌਲ ਦੇ ਵਿੱਚ ਤੁਹਾਡੀ ਗੱਲਬਾਤ ਨਹੀਂ, ਬਹੁਤ ਸੋਹਣੇ ਜੀ ਉਹਨਾਂ ਦੀ। ਮੈਂ ਰਿਕਾਰਡਿੰਗ ਤੁਸੀਂ ਸੁਣ ਲਓ, ਉਹਨਾਂ ਨੇ ਬੜੇ ਰਿਸਪੈਕਟਫੁਲੀ ਉਹਨਾਂ ਨੇ ਕਿਹਾ, ਇਹ ਵੀ ਕਿਹਾ ਵੀ ਮਾਝੀ ਸਾਹਿਬ ਬਹੁਤ ਚੰਗੇ ਪ੍ਰਚਾਰਕ ਨੇ, ਇਹੋ ਜਿਹੇ ਪ੍ਰਚਾਰਕ ਦੱਸ ਸਕਦੇ ਨੇ, ਮੈਂ ਤਾਂ ਪ੍ਰਚਾਰਕ ਨਹੀਂ, ਇਦਾਂ ਦੀ ਉਹਨਾਂ ਨੇ ਵਰਡਿੰਗ ਬੋਲੀ। ਦੁਬਾਰਾ ਫਿਰ 2 ਵਾਰੀ ਹੋਇਆ। ਜਦੋਂ ਇੱਕ ਵਾਰੀ ਤਾਂ ਉਹਨਾਂ ਨੇ ਜਦੋਂ ਸੰਗਤ ਨੂੰ ਸੰਬੋਧਨ ਕੀਤਾ ਉਦੋਂ ਉਹਨਾਂ ਨੇ ਇਹ ਗੱਲ ਕਹੀ, ਦੂਜੀ ਵਾਰੀ ਵਾਪਸ ਜਾਂਦੇ ਹੋਏ ਫਿਰ ਮੇਰੇ ਕੋਲ ਆ ਗਏ, ਕਹਿੰਦੇ ਤੁਸੀਂ ਸਿਧਾਂਤਕ ਪ੍ਰਚਾਰਕ ਹੋ। ਇਦਾਂ ਦੀ ਵਰਡਿੰਗ ਜੀ ਜਦੋਂ ਸ਼ੁਰੂ ਕਰਦੇ ਆ, ਮੈਂ ਕਿਹਾ ਬੀਬੀ ਜੀ ਮੈਂ ਤਾਂ ਸਿਰਫ 3-4 ਸਵਾਲ ਨੇ। ਤਾਂ ਉਦੋਂ ਬਾਅਦ ਉਹ ਫਿਰ ਹੱਥ ਬੰਨ ਕੇ ਕਹਿੰਦੇ ਆ ਮੈਂ ਤੁਹਾਨੂੰ ਲਿਖਤੀ ਜਵਾਬ ਭੇਜਾਂਗੀ। ਇਹ ਮੇਰੇ ਕੋਲ ਸਾਰੀ ਰਿਕਾਰਡਿੰਗ ਪਈ ਆ, ਉਹ 30-35 ਸਕਿੰਟ ਦੀ ਸ਼ਾਇਦ ਰਿਕਾਰਡਿੰਗ ਆ, ਉਹਦੇ ਚ ਕਿਹਾ ਵੀ ਲਿਖਤੀ ਜਵਾਬ ਮੈਂ ਭੇਜਾਂਗੀ ਤੁਹਾਨੂੰ। ਤੇ ਉਹ ਲਿਖਤੀ ਜਵਾਬ ਦੇਣ ਦੀ ਥਾਂ ਤੇ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ 2015 ਦੇ ਵਿੱਚ ਬੇਕਸੂਰ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ, ਉਦੋਂ ਵੀ ਕਹਿੰਦੇ ਸੀ ਕਿ ਸਿੱਖਾਂ ਦੀ ਬੇਅਦਬੀ ਕਰਤੀ ਪੰਜਗਰਾਈ ਵਾਲਿਆਂ ਨੇ। ਤੇ ਅੱਜ ਵੀ ਇਹ ਬਾਦਲ ਕਾ ਜਿੰਨਾ ਟੱਬਰ ਹੈਗਾ, ਇਹ ਸਾਰਾ ਬਾਦਲ ਕਾ ਲਾਣਾ ਦੁਬਾਰਾ ਫਿਰ ਉਸੇ ਨਕਸ਼ੇ ਕਦਮਾਂ ਤੇ ਚੱਲ ਕੇ ਇੱਕ ਵਾਰੀ ਫਿਰ ਸਾਨੂੰ ਹੀ ਟਾਰਗੇਟ ਕਰ ਰਿਹਾ।
ਤੇ ਆਪਾਂ ਫਿਰ ਬਿਲਕੁਲ ਵੀ ਜੀ ਇਹ ਸਾਰੀ ਗੱਲ ਜਿਹੜੀ ਤੁਸੀਂ ਦੱਸੀ ਹੈ, ਬੀਬੀ ਜੀ ਨੇ ਕਿਹਾ ਸੀ ਕਿ ਉਸ ਦਿਨ ਜਿਹੜੇ ਬੋਲਦੇ ਸੀ ਤੁਹਾਡਾ ਨਾਮ ਲੈ ਕੇ, ਤੇ ਗੱਲ ਇੱਥੇ ਬੇਅਦਬੀ ਦੀ ਹੋ ਰਹੀ ਸੀ, ਬਰਗਾੜੀ ਬੇਅਦਬੀ ਦੀ ਤੇ ਬਹਿਬਲ ਕਲਾਂ ਗੋਲੀकांड ਉਸ ਤੋਂ ਬਾਅਦ ਜੋ ਸਾਰਾ ਵਾਪਰਿਆ ਉਸ ਘਟਨਾ ਦੇ ਸੰਦਰਭ ਦੇ ਵਿੱਚ ਬੀਬੀ ਜੀ ਨੇ ਇਹ ਬਿਆਨ ਦਿੱਤਾ ਹੈ। ਜੇ ਹੁਣ ਆਪਾਂ 2015 ਦੇ ਵਿੱਚ ਪਿੱਛੇ ਚਲੇ ਜਾਈਏ, ਇਹ ਹੁਣ ਜਿਹੜਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਬਹਿਬਲ ਕਲਾਂ ਇਕੱਠੇ ਹੋਏ ਸੀ ਜਾਂ ਫਿਰ ਕੋਟਕਪੂਰੇ ਚੌਂਕ ਤੇ ਇਕੱਠੇ ਹੋਏ ਸੀ ਉਹ ਅਸਲੀ ਦੋਸ਼ੀ ਨੇ। ਉਸ ਵਕਤ ਦਾ ਤੁਸੀਂ ਦੱਸੋ ਵੀ ਕੀ ਕੁਝ ਹੋਇਆ ਸੀ, ਕਿਉਂਕਿ ਬੀਬੀ ਜੀ ਨੇ ਇਹ ਕਿਹਾ ਹੈਗਾ ਕਿ ਜਿਹੜੇ ਫੜੇ ਗਏ ਸੀ ਉਹ ਅਸਲੀ ਤੌਰ ਤੇ ਦੋਸ਼ੀ ਸੀ, ਪਰ ਉਹਨਾਂ ਨੂੰ ਛਡਾਇਆ ਗਿਆ, ਛਡਾਉਣ ਵਾਲੇ ਵੀ ਦੋਸ਼ੀ ਸੀ। ਯਾਨੀ ਕਿ ਵਿੱਚ ਜਿਹੜੇ ਰਣਵੀਰ ਸਿੰਘ ਖੱਟੜਾ ਨੇ ਨਾਮ ਲਿਆ ਹੈਗਾ, ਰੁਪਿੰਦਰ ਸਿੰਘ ਦਾ ਵੀ ਲਿਆ, ਜਿਹੜੇ ਉਦੋਂ ਦੋਨੇ ਭਰਾ ਫੜੇ ਗਏ ਸੀਗੇ। ਕੀ ਹੋਇਆ ਸੀ? ਦੇਖੋ ਪਹਿਲੀ ਗੱਲ ਜਿਹੜੀ ਰਣਵੀਰ ਸਿੰਘ ਖੱਟੜਾ ਹੋਰਾਂ ਨੇ ਗੱਲ ਕੀਤੀ ਆ, ਉਹਦੇ ਚ ਖੱਟੜਾ ਜੀ ਇਹ ਵੀ ਸਪਸ਼ਟ, ਮੈਂ ਇਹ ਵੀ ਦੱਸਣਾ ਚਾਹੁੰਦਾ, ਉਹਦੇ ਚ ਵੀ ਉਹ ਮੇਰੇ ਲਈ ਇਹ ਲਫ਼ਜ਼ ਵਰਤਦੇ ਨੇ ਕਿ ਉੱਥੇ ਪ੍ਰਚਾਰਕ ਨੇ ਇੱਕ ਹਰਜਿੰਦਰ ਸਿੰਘ ਮਾਝੀ ਨੇ ਦੀਵਾਨ ਲਾਏ, ਤੇ ਉਹ ਚੰਗਾ ਪ੍ਰਚਾਰਕ ਹੈ, ਉਹਦੇ ਤੋਂ ਪ੍ਰਭਾਵਿਤ ਹੋ ਕੇ ਉੱਥੇ ਡੇਰਾ ਪ੍ਰੇਮੀਆਂ ਨੇ ਲੋਕਟ ਤੋੜ ਕੇ ਸੁੱਟਤੇ। ਤੁਸੀਂ ਦੇਖੋ ਜਿਹੜੇ ਡੇਰਾ ਪ੍ਰੇਮੀਆਂ ਨੇ ਲੋਕਟ ਤੋੜ ਕੇ ਸੁੱਟੇ, ਉਹਦੀ ਇੱਕ ਤਾਂ ਤਕਲੀਫ ਡੇਰਾ ਤੇ ਜਿਹੜੇ ਵੱਡੇ ਉਹਨਾਂ ਦੀ ਮੇਨ ਕਮੇਟੀ ਚ ਸੀ ਉਹਨਾਂ ਨੂੰ ਹੋਈ, ਇੱਕ ਹੋਈ ਗੁਰਮੀਤ ਰਾਮ ਰਹੀਮ ਨੂੰ ਉਹਦੀ ਤਕਲੀਫ, ਤੇ ਤੀਜੀ ਤਕਲੀਫ ਹੋਈ ਬਾਦਲਕਿਆਂ ਨੂੰ। ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਅੰਦਰੋਂ ਇਕਜੁੱਟ ਨੇ, ਇਸੇ ਲਈ ਇਹੀ ਤਰ੍ਹਾਂ ਤੜਪ ਰਹੀਆਂ ਨੇ। ਦੂਜਾ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਉਸ ਦਿਨ ਜੋ ਕੁਝ ਕਿਹਾ ਸੀਗਾ, ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭੈਣ ਜੀ, ਦੇਖੋ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਬੁਰਜ ਜਵਾਰ ਸਿੰਘ ਵਾਲੇ ਤੋਂ। ਬਿਲਕੁਲ ਜੀ। ਉਸ ਤੋਂ ਬਾਅਦ ਪੁਲਿਸ ਨੇ ਸਕੈਚ ਜਾਰੀ ਕੀਤੇ ਸੀ, ਆਹ ਸਕੈਚ ਸੀ ਉਹ ਕਿ ਇਹ ਬੰਦੇ ਇਸ ਕਿਸਮ ਦੇ ਮੋਨੇ ਮੁੰਡਿਆਂ ਦੇ ਸਕੈਚ ਜਾਰੀ ਕੀਤੇ ਸੀ ਕਿ ਇਹ ਹੋ ਸਕਦੇ ਆ ਚੋਰੀ ਕਰਨ ਵਾਲੇ। ਪਰ ਮੈਂ ਕਹਿੰਦਾ ਇਹ ਦੱਸ ਦੇਣ ਕਿ 1 ਜੂਨ ਤੋਂ ਲੈ ਕੇ ਬਾਦਲਾਂ ਦੇ ਰਾਜ ਦੇ ਅਖੀਰ ਤੱਕ ਉਸ ਕੇਸ ਦੇ ਵਿੱਚ ਕਿੰਨੇ ਮੋਨੇ ਮੁੰਡਿਆਂ ਤੋਂ ਪੁੱਛਗਿੱਛ ਕੀਤੀ ਇਹਨਾਂ ਨੇ। ਦੂਜਾ ਮੇਰਾ ਸਵਾਲ ਹੈ ਦੂਜਾ ਸਵਾਲ ਇਹ ਹੈ ਭੈਣ ਜੀ ਕਿ 24-25 ਸਤੰਬਰ ਦੀ ਰਾਤ ਨੂੰ ਜੀ ਪੋਸਟਰ ਲਾਏ ਗਏ ਸੀ ਬੁਰਜ ਜਵਾਰ ਸਿੰਘ ਵਾਲਾ ਤੇ ਬਰਗਾੜੀ, ਜਿਹੜੇ ਬੜੇ ਵਿਵਾਦ ਪੋਸਟਰ ਸੀਗੇ। ਆ ਜਿਹੜਾ ਉੱਥੇ ਮਾਨਜਨਕ ਸ਼ਬਦ ਲਿਖੇ ਸੀ, ਇਹਦੇ ਉੱਤੇ ਧੰਨ ਧੰਨ ਸਤਿਗੁਰੂ ਲਿਖਿਆ ਹੋਇਆ ਜੀ। 25 ਸਤੰਬਰ ਨੂੰ ਇਹ ਲੱਗਦੇ ਆ, 24-25 ਦੀ ਰਾਤ ਨੂੰ। 12 ਅਕਤੂਬਰ ਨੂੰ ਜਿਹੜਾ ਬੇਅਦਬੀ ਹੁੰਦੀ ਹੈ, ਅੰਕ ਖਿਲਰਦੇ ਆ। 25 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ 17 ਦਿਨ ਬਣਦੇ ਆ ਜੀ। ਇਹ ਪੋਸਟਰਾਂ ਉੱਤੇ ਧੰਨ ਧੰਨ ਸਤਿਗੁਰੂ ਲਿਖਿਆ ਹੋਇਆ ਹੈ। ਤਾਂ ਮੈਨੂੰ ਇਹ ਦੱਸ ਦੇਣ ਕਿ 17 ਦਿਨਾਂ ਦੇ ਵਿੱਚ ਟੌਰਚਰ ਦੀ ਗੱਲ ਤਾਂ ਦੂਰ, ਕਿਸੇ ਇੱਕ ਵੀ ਡੇਰਾ ਪ੍ਰੇਮੀ ਤੋਂ ਇਹਨਾਂ ਨੇ ਇਸ ਮਸਲੇ ਤੇ ਪੁੱਛਗਿੱਛ ਵੀ ਕੀਤੀ ਹੋਵੇ ਇਹ ਨਾ ਗਿਣਾ ਦੇਣ ਜੀ। ਤੇ ਫਿਰ ਮੈਂ ਇਸ ਮਸਲੇ ਤੇ ਪੁਲਿਸ ਨੇ ਨਹੀਂ ਕਾਰਵਾਈ ਕੀਤੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ। ਜਦੋਂ ਬੇਅਦਬੀ ਹੁੰਦੀ ਉਸ ਤੋਂ ਬਾਅਦ ਹੀ ਇਹ ਮਸਲਾ ਮੀਡੀਆ ਨੇ ਚੁੱਕਿਆ ਤੇ ਫਿਰ ਜਿਹੜੇ ਪ੍ਰੋਟੈਸਟ ਨੇ ਉਹ ਸ਼ੁਰੂ ਹੋਏ। ਪਰ ਜਿਹੜਾ ਇਹ ਗੱਲ ਕਰ ਰਹੇ ਨੇ ਕਿ ਜਦੋਂ ਸਾਰਾ ਕੁਝ ਵਾਪਰ ਗਿਆ, ਇਹ ਘਟਨਾ ਵਾਪਰੀ ਹੈ, ਬੇਅਦਬੀ ਵੀ ਕਰ ਦਿੱਤੀ ਗਈ, ਅੰਗ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ, ਉਸ ਤੋਂ ਬਾਅਦ ਕਹਿ ਰਹੇ ਨੇ ਕਿ ਐਸਜੀਪੀਸੀ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਆ ਕੇ ਸਾਰੇ ਅੰਗ ਖਿਲਾਰ ਕੇ ਉਸੇ ਤਰ੍ਹਾਂ ਕਰਮਵਾਰ ਤਰਤੀਬ ਦੇ ਵਿੱਚ ਪਾਲਕੀ ਦੇ ਵਿੱਚ ਸਜਾ ਕੇ ਰੱਖੇ ਗੁਰੂ ਸਾਹਿਬ ਦੇ ਸਰੂਪ ਦੇ ਅੰਦਰ। ਤੇ ਉਸ ਤੋਂ ਬਾਅਦ ਫਿਰ ਕੁਝ ਲੋਕ ਆਉਂਦੇ ਨੇ ਜਿਹੜੇ ਇਲਜ਼ਾਮ ਤੁਹਾਡੇ ਸਭ ਤੇ ਲੱਗ ਰਹੇ ਨੇ, ਜਾਂ ਆਪਾਂ ਕਹਿ ਲਈਏ ਕਿ ਰੁਪਿੰਦਰ ਸਿੰਘ ਹੁਣ ਆਉਂਦੇ ਨੇ ਕਿ ਉਹ ਚੱਕ ਕੇ ਸਰੂਪ ਫਿਰ ਸਾਰਾ ਲੈ ਜਾਂਦੇ ਨੇ, ਸਾਰੇ ਅੰਗ ਲੈ ਜਾਂਦੇ ਨੇ, ਚੌਂਕ ਦੇ ਉੱਤੇ ਲਿਜਾ ਕੇ ਰੱਖਦੇ ਨੇ ਤੇ ਫਿਰ ਉੱਥੋਂ ਚੱਕ ਕੇ ਭੱਜ ਜਾਂਦੇ ਨੇ। ਇਹ ਰਣਵੀਰ ਸਿੰਘ ਖੱਟੜਾ ਖੁਦ ਦੱਸ ਰਹੇ ਨੇ ਕਿ ਜੇਬਾਂ ਦੇ ਵਿੱਚ ਪਾ ਕੇ ਕੁਝ ਜਿਹੜੇ ਸਿੱਖ ਨੇ ਉਹ ਸਰੂਪ ਲੈ ਕੇ ਅੰਗ ਲੈ ਕੇ ਚਲੇ ਜਾਂਦੇ ਨੇ, ਫਿਰ ਉਹਨਾਂ ਨੂੰ ਫੜਨ ਦੇ ਵਿੱਚ ਹੀ ਸਾਡਾ ਟਾਈਮ ਬਰਬਾਦ ਹੋ ਗਿਆ। ਤੁਸੀਂ ਵੀ ਉੱਥੇ ਸੀਗੇ, ਕੀ ਕੁਝ ਹੋਇਆ ਸੀ? ਮੈਂ ਭੈਣ ਜੀ ਦੱਸਣਾ ਚਾਹੁੰਦਾ, ਦੇਖੋ ਜਿਹੜੇ ਅੰਕ ਸੀਗੇ ਪਾਵਨ ਅੰਕ, ਉਹ ਪਾਲਕੀ ਸਾਹਿਬ ਦੇ ਵਿੱਚ ਲਿਜਾਏ ਗਏ ਕੋਟਕਪੂਰੇ ਚੌਂਕ ਦੇ ਵਿੱਚ, ਸੰਗਤਾਂ ਉੱਥੇ ਬੈਠੀਆਂ ਸੀ। ਐਸਜੀਪੀਸੀ ਮੈਂਬਰਾਂ ਤੋਂ ਧੱਕੇ ਦੇ ਨਾਲ ਲਿਜਾਏ ਗਏ ਸੀ ਉਹ। ਐਸਜੀਪੀਸੀ ਮੈਂਬਰ ਤਾਂ ਉੱਥੇ ਬਾਅਦ ਦੇ ਵਿੱਚ ਪਹੁੰਚੇ ਨਾ ਜੀ। ਅੱਛਾ, ਉਹ ਜਿਹੜਾ ਉੱਥੇ ਲੋਕਲ ਸੰਗਤ ਨੂੰ ਇਹਦੇ ਬਾਰੇ ਜ਼ਿਆਦਾ ਪਤਾ, ਪਰ ਉਹ ਤਾਂ ਉੱਥੇ ਕਿਤੇ ਆਏ ਨਹੀਂ। ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਜਿੰਨਾ ਚਿਰ ਸੰਗਤ ਉੱਥੇ ਬੈਠੀ ਰਹੀ ਹੈ, ਕਿਹੜਾ ਐਸਜੀਪੀਸੀ ਮੈਂਬਰ ਆਇਆ, ਕਿਹੜਾ ਬਾਦਲ ਦਾ ਨੁਮਾਇੰਦਾ ਆਇਆ, ਉੱਥੇ ਸਪਸ਼ਟਤਾ ਕਰਨ। ਮੈਂ ਤੁਹਾਨੂੰ ਇਹ ਬੇਨਤੀ, ਮੈਂ ਭੈਣ ਜੀ 12 ਅਕਤੂਬਰ ਨੂੰ ਸ਼ਾਮ ਨੂੰ ਸਿੱਧਾ ਮੈਂ ਕੋਟਕਪੂਰੇ ਪਹੁੰਚਿਆ ਜੀ। ਠੀਕ ਹੈ, ਉਦੋਂ ਤੱਕ ਧਰਨਾ ਲੱਗ ਚੁੱਕਿਆ ਸੀ। ਧਰਨਾ ਲੱਗ ਚੁੱਕਿਆ ਸੀ, ਮੈਂ ਉੱਥੇ ਪਹੁੰਚਿਆ ਤੇ ਮੈਂ ਤੁਹਾਨੂੰ ਇਹ ਦੱਸਦਾ, ਜਦੋਂ ਪੁਲਿਸ ਪਾਣੀ ਪੜਦਿਆਂ ਤੇ ਟਾਂਗਾ ਮਾਰੂਗੀ, ਗੋਲੀਆਂ ਚਲਾਊਗੀ, ਤੁਸੀਂ ਮੈਨੂੰ ਇਹ ਸਮਝਾ ਦਿਓ ਵੀ ਕੀ ਉਸ ਵਕਤ ਕਿਸੇ ਨੂੰ ਪੁਲਿਸ ਦੇ ਉੱਤੇ ਭਰੋਸਾ ਹੋਊਗਾ?
ਸੰਗਤ ਵਿੱਚ ਨਾਲ ਦੀ ਨਾਲ ਇਹ ਗੱਲ ਚੱਲ ਪੈਂਦੀ ਹੈ ਕਿ ਇਹ ਆਪਣੀ ਪ੍ਰਾਪਰਟੀ ਜਿਹੜੀ ਕੇਸ ਪ੍ਰਾਪਰਟੀ ਹੈ ਇਹਨੂੰ ਖੁਰਦ-ਬੁਰਦ ਨਾ ਕਰ ਦੇਣ, ਇਹ ਨਾ ਕਰ ਦੇਣ, ਉਹ ਨਾ ਕਰ ਦੇਣ। ਇਸ ਕਰਕੇ ਉੱਥੇ ਕੋਟਕਪੂਰੇ ਦਾ ਇੱਕ ਸਿੰਘ ਹੈ ਬੇਅੰਤ ਸਿੰਘ। ਬੇਅੰਤ ਸਿੰਘ ਦੇ ਘਰ ਵਿੱਚ ਇਹ ਪਾਵਨ ਅੰਕ ਰੱਖੇ ਗਏ। ਉਹ ਉਸ ਵਕਤ ਮੀਡੀਆ ਵਿੱਚ ਖਬਰਾਂ ਵੀ ਲੱਗੀਆਂ। ਬੇਅੰਤ ਸਿੰਘ ਨੂੰ ਜਦੋਂ ਇਹ ਪੁੱਛਗਿੱਛ ਕਰਨ ਲੱਗੇ, ਉਹਨੂੰ ਤੰਗ ਪਰੇਸ਼ਾਨ ਕਰਨ ਲੱਗੇ, ਫਿਰ ਸਾਡੇ ਉਹ ਬੇਅੰਤ ਸਿੰਘ ਮੈਨੂੰ ਵੀ ਮਿਲਿਆ ਬਠਿੰਡੇ ਆ ਕੇ, ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਨਹੀਂ, ਜ਼ਿੰਮੇਵਾਰ ਪ੍ਰਚਾਰਕਾਂ ਦੀ ਅਸੀਂ ਡਿਊਟੀ ਲਾਈ। ਸਾਡੇ ਉੱਥੇ ਵੀਰ ਗਏ, ਬਕਾਇਦਾ ਉਹ ਸਾਰੀਆਂ ਖਬਰਾਂ ਛਪੀਆਂ ਹੋਈਆਂ ਨੇ ਜੀ, ਮੁਕਤਸਰ ਸਾਹਿਬ ਦੇ ਵਿੱਚ ਅੰਕ ਕਿਵੇਂ ਉਹ ਸੰਭਾਲੇ ਗਏ ਉਸ ਤੋਂ ਬਾਅਦ। ਸੋ ਇਹੋ ਜਿਹੀਆਂ ਗੱਲਾਂ ਤੇ ਬਾਕੀ ਡਰੋ ਪੁਲਿਸ ਨੇ ਹਮਲਾ ਕੀਤਾ ਕਿ ਪੁਲਿਸ ਖੁਰਦ-ਬੁਰਦ ਨਾ ਕਰਦੇ ਅੰਗਾਂ ਨੂੰ ਲਿਜਾ ਕੇ, ਉਸ ਕਰਕੇ ਜਿਹੜੇ ਕੁਝ ਸਿੱਖ ਨੇ ਉਸ ਅੰਗ ਉੱਥੋਂ ਲੈ ਕੇ ਚਲੇ ਗਏ। ਇਹ ਹੋਇਆ ਸੀ ਅਬ ਉਹ ਸਾਰੀ ਸੰਗਤ, ਉਹਨਾਂ 2-3 ਸਿੱਖਾਂ ਦਾ ਫੈਸਲਾ ਨਹੀਂ ਸੀ, ਸਾਰੀ ਸੰਗਤ ਨੇ ਕਿਹਾ ਸੀਗਾ ਵੀ ਆਪਾਂ ਅੰਕ ਸੰਭਾਲੋ, ਵੀ ਡਿਊਟੀ ਕਿਹਦੀ ਲਾਉਣੀ ਹੈ, ਲੋਕਲ ਸਿੰਘ ਦੀ ਲਾ ਦਿਓ। ਉੱਥੇ ਬੇਅੰਤ ਸਿੰਘ ਸੀਗਾ, ਉਹਦੀ ਡਿਊਟੀ ਲੱਗੀ ਜੀ। ਇਹ ਮਸਲੇ ਨੂੰ ਹਮੇਸ਼ਾ ਚਲੋ ਭੈਣ ਜੀ ਦੱਸੋ। ਜਿਸ ਤਰੀਕੇ ਦੇ ਨਾਲ ਹੁਣ ਬੀਬੀ ਜਗੀਰ ਕੌਰ ਦਾ ਬਿਆਨ ਆਇਆ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਚੈਲੰਜ ਕਰ ਰਹੇ ਹੋ ਕਿ ਕਿਤੇ ਮਰਜ਼ੀ 2 ਥਾਵਾਂ ਤੁਸੀਂ ਦੱਸੀਆਂ ਨੇ ਕਿ ਮੇਰੇ ਸਾਹਮਣੇ ਆ ਕੇ ਬਹਿ ਜਾਣ, ਇਸ ਮਸਲੇ ਤੇ ਮੇਰੇ ਨਾਲ ਗੱਲ ਕਰਨ। ਬੀਬੀ ਜੀ ਨੇ ਇੱਕ ਪਾਸੇ ਬਿਆਨ ਦੇ ਦਿੱਤਾ ਬੜਾ ਤਿੱਖਾ, ਉਸ ਤੋਂ ਬਾਅਦ ਤੁਸੀਂ ਵੀ ਤਿੱਖਾ ਦੇ ਰਹੇ ਹੋ, ਤਾਂ ਇਹ ਨਹੀਂ ਲੱਗ ਰਿਹਾ ਕਿ ਭਰਾ ਮਾਰੂ ਜੰਗ ਹੋ ਰਹੀ ਹੈ, ਇਹਨੂੰ ਕੁਝ ਹੋਰ ਤਰੀਕੇ ਨਾਲ ਵੀ ਸੁਲਝਾਇਆ ਜਾ ਸਕਦਾ ਹੈ? ਤੁਸੀਂ ਵੀ ਉਹੀ ਕਰ ਰਹੇ ਹੋ ਜੋ ਉਹਨਾਂ ਨੇ ਕੀਤਾ। ਭੈਣ ਜੀ ਫਿਰ ਆਪਾਂ ਤੁਸੀਂ ਮੈਨੂੰ ਦੱਸ ਦਿਓ ਵੀ ਕੀ ਕਰੀਏ। ਜੇ ਅਸੀਂ 328 ਸਰੂਪਾਂ ਦਾ ਮਸਲਾ ਚੁੱਕਦੇ ਆ, ਫਿਰ ਅਸੀਂ ਕਲੇਸ਼ੀ ਆ, ਅਸੀਂ ਭਰਾ ਮਾਰੂ ਜੰਗ ਕਰਾਉਨੇ ਆ। ਤੇ ਜੇ ਅਸੀਂ ਮਤਲਬ ਉਹਨਾਂ ਤੇ ਜਿਹੜਾ ਉਹਨਾਂ ਨੇ ਸ਼ਰੇਆਮ ਸੌਦਾ ਸਾਧ ਦੀ ਪੁਸਤ ਪਨਾਹੀ ਕੀਤੀ ਉਹਨਾਂ ਸਮਿਆਂ ਦੇ ਵਿੱਚ, ਤੁਸੀਂ ਮੈਨੂੰ ਭੈਣ ਜੀ ਸਮਝਾ ਦਿਓ ਵੀ ਜਿਹੜੇ ਬੰਦੇ ਗੁਰਬਾਣੀ ਦਾ ਪਾਠ ਕਰ ਰਹੇ ਨੇ ਕੋਟਕਪੂਰੇ ਬੈਠੇ, ਉਹਨਾਂ ਤੇ ਇਰਾਦਾ ਕਤਲ ਦਾ ਪਰਚਾ ਮੇਰੇ ਵਰਗੇ ਬੰਦਿਆਂ ਤੇ, ਸਾਡੇ 20-21 ਜਾਣਿਆਂ ਤੇ ਪਾਇਆ, ਉਹ ਕਿਵੇਂ ਬਣਦਾ ਜੀ? ਹੁਣ ਮੈਨੂੰ ਇਹ ਮੈਸੇਜ ਕਰ ਰਹੇ ਨੇ, ਮੈਨੂੰ ਇਹਨਾਂ ਦੇ ਸੀਨੀਅਰ ਲੀਡਰ ਕਹਿ ਰਹੇ ਨੇ ਆਪਾਂ ਬਹਿ ਕੇ ਗੱਲ ਨਿਬੇੜ ਲਈਏ, ਅੰਦਰ ਬਹਿ ਕੇ ਨੂੰ ਮੇਰਾ ਕਿਹੜਾ ਬੀਬੀ ਜੰਗੀਰ ਕੌਰ ਜੀ ਦੇ ਨਾਲ ਕੋਈ ਵੱਟਦਾ ਰੌਲਾ ਹੈ ਜੀ? ਇਹ ਤਾਂ ਪੂਰੇ ਪੰਥ ਵਿੱਚ ਪਤਾ ਲੱਗ ਚੁੱਕਿਆ। ਇਹ ਜਵਾਬ ਤਾਂ ਇਹ ਪੰਥ ਦੇ ਨੇ, ਓਪਨਲੀ ਇਹ ਗੱਲ ਹੋਣੀ ਚਾਹੀਦੀ ਹੈ ਮੀਡੀਆ ਸਾਹਮਣੇ। ਇਹ ਭੱਜ ਕਿਉਂ ਰਹੇ ਨੇ? ਮੈਂ ਤਾਂ ਇਹ ਕਹਿਣਾ, ਯਾਨੀ ਕਿ ਚੈਲੰਜ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਸੀਨੀਅਰ ਲੀਡਰਾਂ ਦੇ ਥਰੂ ਤੁਹਾਨੂੰ ਸੰਪਰਕ ਕੀਤਾ ਹੁਣ ਕਿ ਬਹਿ ਕੇ ਗੱਲ ਕਰ ਲਈ? ਹਾਂ, ਓਪਨਲੀ ਕਿਹਾ। ਇੱਕ ਚੈਨਲ ਦੇ ਉੱਤੇ ਤਾਂ ਇਹਨਾਂ ਦੇ ਲੀਡਰ ਨੇ ਬਲਟੋਹਾ ਸਾਹਿਬ, ਉਹਨਾਂ ਨੇ ਓਪਨਲੀ ਕਿਹਾ ਕਿ ਮਾਜੀ ਸਾਹਿਬ ਆਪਾਂ ਬਹਿ ਜਾਂਦੇ ਆ। ਮੈਂ ਕਿਹਾ ਜੀ ਇੱਥੇ ਆ ਜਾਓ, ਇਸੇ ਚੈਨਲ ਤੇ ਬਹਿ ਜਾਓ, ਜਿੱਥੇ ਮਰਜ਼ੀ ਆ ਜਾਓ ਨਾ ਤੁਸੀਂ। ਠੀਕ ਕਹਿੰਦੇ ਨਹੀਂ ਆਪਾਂ ਪੱਗਾਂ ਹੀ ਉਛਾਲਣੀ ਹੈ। ਮੈਨੂੰ ਭੈਣ ਜੀ ਇਹ ਦੱਸੋ, ਆਪਾਂ ਹੁਣ ਬੈਠੇ ਆ, ਆਪਾਂ ਵਿਚਾਰ ਕਰ ਰਹੇ ਆ, ਤੁਸੀਂ ਤਿੱਖੇ ਸਵਾਲ ਕਰੋ ਮੈਨੂੰ, ਇਹਦੇ ਨਾਲ ਪੱਗ ਉਛੜ ਜੂਗੀ? ਜਦੋਂ ਜਿਹਦੇ ਬੰਦੇ ਕੋਲ ਸੱਚ ਹੁੰਦਾ ਨਾ ਜੀ ਪੱਲੇ, ਉਹ ਕਦੇ ਨਹੀਂ ਘਬਰਾਉਂਦਾ। ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਵੀ ਪੁਲਿਸ ਨੂੰ ਕਿੰਨੀਆਂ ਖੁੱਲਾਂ ਇਹਨਾਂ ਨੇ ਦਿੱਤੀਆਂ ਹੋਈਆਂ ਸੀ ਬਾਦਲ ਕੇ ਨੂੰ। ਜਿਹੜੇ ਤਾਂ ਦੋਸ਼ੀ ਨੇ ਉਹਨਾਂ ਵਾਲੇ ਪਾਸੇ ਤਾਂ ਇਹ ਜਾ ਨਹੀਂ ਰਹੇ, ਤੇ ਜਿਹੜੇ ਪ੍ਰਚਾਰ ਕਰ ਰਹੇ ਨੇ ਪ੍ਰਚਾਰਕ, ਉਹਨਾਂ ਨੂੰ ਪਰੇਸ਼ਾਨ ਕਰਦੇ ਆ। ਸਾਡੇ ਘਰਾਂ 'ਚ ਛਾਪੇ ਮਾਰੇ ਉਹਨਾਂ ਦਿਨਾਂ 'ਚ, ਅਸੀਂ ਬੇਅਦਬੀ ਦਾ ਰੋਸ ਕਿਉਂ ਜਤਾ ਰਹੇ ਹਾਂ? ਮੇਰੇ ਫਾਦਰ ਸਾਹਿਬ ਨੂੰ ਚੁੱਕ ਕੇ ਜੇਲ੍ਹ 'ਚ ਸੁੱਟਤਾ ਸੀ ਇਹਨਾਂ ਨੇ, ਕਾਲੇ ਪੀਲੀਏ ਦੀ ਪ੍ਰੋਬਲਮ ਹੋਣ ਦੇ ਬਾਵਜੂਦ। ਇਹ ਦੱਸਣਗੇ ਕਿ ਮਤਲਬ ਸੁਖਵੀਰ ਜਾਂ ਇਹਨਾਂ ਦਾ ਟੋਲਾ ਜਾਂ ਜੰਗੀਰ ਕੌਰ, ਇਹ ਦੱਸਣਗੇ ਕਿ ਕੀ ਕਸੂਰ ਸੀਗਾ ਮੇਰੇ ਪਿਤਾ ਜੀ ਦਾ? ਤੇ ਮੈਂ ਤੁਹਾਨੂੰ ਇੱਕ ਹੋਰ ਦੇ ਮਸਲੇ ਦੇ ਵਿੱਚ ਤੁਹਾਡੇ ਪਿਤਾ ਜੀ ਨੂੰ ਕਦੋਂ ਕੀਤਾ ਗਿਆ ਸੀ, ਕਦੋਂ ਗ੍ਰਿਫਤਾਰ ਕੀਤਾ ਸੀ? ਇਹ ਧਰਨੇ ਵਾਲੇ ਦਿਨਾਂ ਦੇ ਵਿੱਚ ਹੀ ਜੀ, ਉਹ ਤੋਂ ਥੋੜੇ ਦਿਨਾਂ ਬਾਅਦ ਹੀ। ਠੀਕ ਹੈ। ਹਾਂਜੀ, ਸਾਡੇ ਘਰੇ ਰਾਤ ਨੂੰ ਛਾਪਾ ਮਾਰਿਆ, ਮੈਂ ਘਰ ਨਹੀਂ ਸੀ। ਉਹ ਕਹਿੰਦੇ ਵੀ ਉਹ ਤਾਂ ਘਰੇ ਨਹੀਂ, ਕਹਿੰਦੇ ਫਿਰ ਤੁਸੀਂ ਚਲੋ ਜੀ। ਗੁਨਾਹ ਕੀ ਹੈ ਵੀ ਉਹਨਾਂ ਨੇ ਮੈਨੂੰ ਇਰਾਦਾ ਕਤਲ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਪਰਚਾ ਦਰਜ ਕਰਵਾਇਆ ਸੀ, ਉਹਦੇ ਨਾਲ ਹਜੇ ਵੀ ਤੁਸੀਂ ਨਜਿੱਠ ਰਹੇ ਹੋ ਕਿ ਖਤਮ ਹੋ ਗਿਆ? ਉਹ ਭੈਣ ਜੀ ਉਹ ਦੇਖੋ, ਉਦੋਂ ਸੁਖਵੀਰ ਨੇ ਬਿਆਨ ਤਾਂ ਦਿੱਤਾ ਸੀਗਾ ਵੀ ਇਹ ਕੈਂਸਲ ਹੋ ਗਿਆ, ਪਰ SIT ਵਗੈਰਾ ਸਾਰੇ ਸਾਨੂੰ ਪੁੱਛਗਿੱਛ ਕਰਦੇ ਆ। ਅਸੀਂ ਦੱਸ ਦਿੰਦੇ ਆ ਵੀ ਦੱਸ ਦਿਓ ਜੀ, ਸਾਬਤ ਤਾਂ ਕਰੋ ਸਾਨੂੰ। ਮੈਂ ਤੁਹਾਨੂੰ ਇੱਕ ਬੇਨਤੀ ਭੈਣ ਜੀ ਜ਼ਰੂਰ ਕਰਨੀ ਚਾਹੁੰਦਾ, ਬਹੁਤ ਇੰਪੋਰਟੈਂਟ ਗੱਲ ਆ, ਤੇ ਸਾਰੇ ਦਰਸ਼ਕਾਂ ਨੂੰ ਕਹੂੰਗਾ ਜ਼ਰੂਰ ਧਿਆਨ ਦਿਓ। ਇੱਥੋਂ ਆਪਾਂ ਨੂੰ ਅੰਦਾਜ਼ਾ ਲੱਗ ਜੂ ਕਿ ਪੁਲਿਸ ਨੂੰ ਇਹਨਾਂ ਨੇ ਕਿੰਨੀਆਂ ਖੁੱਲਾਂ ਦਿੱਤੀਆਂ ਹੋਈਆਂ ਸੀ ਉਹਨਾਂ ਸਮਿਆਂ ਦੇ ਵਿੱਚ। 161 CRPC ਤਹਿਤ ਪੰਕਜ ਮੋਟਰ ਦਾ ਮਾਲਕ ਹੈ ਪੰਕਜ ਬਾਂਸਲ, ਪੁੱਤਰ ਦਵਾਰਕਾ ਦਾਸ, ਮੋਗਾ ਵਾਸੀ। ਪੰਕਜ ਬਾਂਸਲ ਦਾ ਮੈਨੇਜਰ ਹੈ ਸੰਦੀਪ ਕੁਮਾਰ, ਉਹਦਾ ਗਨਮੈਨ ਹੈ ਚਰਨਜੀਤ ਸਿੰਘ। ਇਹਨਾਂ ਨੇ ਅਦਾਲਤ ਦੇ ਵਿੱਚ ਇੱਕ ਬਿਆਨ ਦਿੱਤਾ ਜੀ ਕਿ ਐਡਵੋਕੇਟ ਸੁਹੇਲ ਸਿੰਘ ਬਰਾੜ ਕੌਣ ਹੈ? ਸੁਖਵੀਰ ਬਾਦਲ ਦਾ ਰਾਈਟ ਹੈਂਡ ਜੀ। ਐਡਵੋਕੇਟ ਸੁਹੇਲ ਸਿੰਘ ਬਰਾੜ ਦੇ ਗੈਰਜ ਦੇ ਵਿੱਚ ਵਿਕਰਮਜੀਤ SP ਨੇ 12 ਬੋਲ ਦੀ ਰਾਈਫਲ ਦੇ ਨਾਲ SSP ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ ਨੂੰ ਗੋਲੀ ਮਾਰੀ ਜੀ। CRPC ਦੀ ਧਾਰਾ 164 ਦੇ ਤਹਿਤ ਪਾਇਲਟ ਜਿਪਸੀ ਦਾ ਜਿਹੜਾ ਡਰਾਈਵਰ ਹੈ ਹੌਲਦਾਰ ਗੁਰਨਾਮ ਸਿੰਘ,
ਉਹ ਆਪਣੇ ਬਿਆਨਾਂ ਵਿੱਚ ਇਹ ਕਹਿ ਰਿਹਾ ਹੈ ਕਿ ਉੱਥੇ ਕੋਈ ਫਾਇਰਿੰਗ ਨਹੀਂ ਹੋਈ। ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਸ਼ਾਂਤਮਈ ਸੰਗਤ ਦੇ ਉੱਤੇ ਡਾਂਗ ਭਰਾਈ, ਗੋਲੀਆਂ ਚਲਾਈਆਂ, 2 ਸਾਡੇ ਨੌਜਵਾਨ ਸ਼ਹੀਦ ਕੀਤੇ, ਉਸ ਤੋਂ ਬਾਅਦ ਪੁਲਿਸ ਆਪਣੇ ਸਾਧਨਾਂ ਦੇ ਉੱਤੇ, ਆਪਣੇ ਵਹੀਕਲਾਂ ਦੇ ਉੱਤੇ ਫਰਜ਼ੀ ਫਾਇਰਿੰਗ ਕਰਵਾ ਰਹੀ ਹੈ। ਇਹ ਜਿਹੜੀਆਂ ਛੂਟਾਂ ਦਿੱਤੀਆਂ ਗਈਆਂ, ਇਹ ਕਿਹਦੇ ਵੱਲੋਂ ਦਿੱਤੀਆਂ ਗਈਆਂ ਇਹਨਾਂ ਨੂੰ? ਉਦਾਂ ਇਹ ਗੱਲਾਂ ਕਰਦੇ ਆ, ਸਾਨੂੰ ਕੀੜੀ ਵੀ ਤੁਰਦੀ ਦਿਖਦੀ ਹੈ ਜੀ। ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਨਹੀਂ ਇਹਨਾਂ ਨੂੰ ਦਿਖੇ ਜੀ। ਯਾਨੀ ਕਿ ਤੁਸੀਂ ਸਿੱਧਾ ਜਿਹੜਾ ਉਸ ਵੇਲੇ ਦੀ ਤਤਕਾਲੀ ਸਰਕਾਰ ਨੂੰ ਜ਼ਿੰਮੇਦਾਰ ਹੈ ਜਿਹੜਾ ਬੇਅਦਬੀ ਦਾ, ਉਹ ਦੱਸ ਰਹੇ ਹੋ। ਪਰ ਜਿਵੇਂ ਕਿ ਆਪਾਂ ਦੇਖ ਲਈਏ, ਅਕਾਲੀ ਦਲ ਦੀ ਸਰਕਾਰ ਵੇਲੇ ਇਹ ਬੇਅਦਬੀ ਦੀ ਘਟਨਾ ਵਾਪਰੀ ਹੈ, ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ, ਇਸੇ ਮੁੱਦੇ ਤੇ ਸਰਕਾਰ ਬਣਦੀ ਹੈ, ਸਿੱਟ ਬਿਠਾਈ ਜਾਂਦੀ ਹੈ, ਸਿੱਟ ਆਪਣੀ ਜਿਹੜੀ ਰਿਪੋਰਟ ਆ ਉਹ ਪੇਸ਼ ਕਰ ਦਿੰਦੀ ਹੈ ਤੇ ਹਾਈ ਕੋਰਟ ਉਸ ਨੂੰ ਰੱਦ ਕਰ ਦਿੰਦੀ ਹੈ। ਸਰਕਾਰਾਂ ਨਿਆਂ ਨਹੀਂ ਕਰ ਪਾ ਰਹੀਆਂ, ਅਦਾਲਤਾਂ ਨਹੀਂ ਨਿਆਂ ਕਰ ਰਹੀਆਂ। ਕਿੱਥੋਂ ਤੁਸੀਂ ਜਿਹੜੇ ਆਪਾਂ ਕਹਿ ਲਈਏ ਕਿ ਸਿੱਖ ਨੇ ਉਹ ਆਪਸ ਦੇ ਵਿੱਚ ਇਸ ਮਸਲੇ ਦੇ ਉੱਤੇ ਲੜੀ ਜਾਂਦੇ ਨੇ, ਕਹਿ ਸਕਦੇ ਆ, ਇਨਸਾਫ ਕਿਵੇਂ ਮਿਲੂ? ਭੈਣ ਜੀ, ਮੈਂ ਇੱਕ ਬੇਨਤੀ ਕਰਦਾ, ਦੇਖੋ ਜਿਹੜੇ ਸਿੱਖ ਨੇ ਉਹ ਆਪਸ ਦੇ ਵਿੱਚ ਨਹੀਂ ਲੜ ਰਹੇ। ਮੈਂ ਮਾਫੀ ਚਾਹੁੰਦਾ, ਇਹ ਗੱਲ ਕਹਿੰਦੇ ਆ ਵੀ ਇੱਕ ਧਿਰ ਉਹ ਹੈ, ਸਿੱਖਾਂ ਦੇ ਵਿੱਚ 2 ਧਿਰਾਂ ਨੇ। ਇੱਕ ਧਿਰ ਉਹ ਹੈ ਜਿਹੜੀ ਹਮੇਸ਼ਾ, ਜਦੋਂ ਮੇਰੇ ਕੋਲ ਤਾਂ ਭੈਣ ਜੀ ਇਹਦੇ ਬਹੁਤ ਚਿੱਠੇ ਪਏ ਆ, ਮੈਂ ਤਾਂ ਸਵੇਰ ਤੋਂ ਸ਼ਾਮ ਤੱਕ ਇਹ ਬਹਿ ਜਾਣ, ਜਿੱਥੇ ਮਰਜ਼ੀ ਬਹਿ ਜਾਣ। ਮੈਂ ਕਹਿੰਦਾ ਵੀ ਇਹ, ਮੈਂ ਤੁਹਾਨੂੰ ਥੋੜਾ ਜਿਹਾ ਸਮਾਂ ਲੈਣਾ। 2007 ਵਿੱਚ ਸਾਡਾ ਸੌਦੇ ਸਾਧ ਨਾਲ ਟਾਈ ਪੈਂਦੀ ਹੈ ਨਾ ਸਿੱਖਾਂ ਦੀ। 2005 ਦੇ ਵਿੱਚ ਜਦੋਂ ਭੈਣ ਜੀ CBI ਨੇ ਜਾਂਚ ਸ਼ੁਰੂ ਕੀਤੀ ਸੌਦਾ ਸਾਧ ਦੀ, ਉਸ ਵਕਤ ਸੌਦਾ ਸਾਧ ਦੇ ਚੇਲਿਆਂ ਨੇ ਸੰਗਰੂਰ ਦੇ DC ਦਫ਼ਤਰ ਦੇ ਸਾਹਮਣੇ ਇੱਕ ਮੁਜ਼ਾਹਰਾ ਕੀਤਾ ਕਿ ਸਾਡਾ ਐਡਾ ਵੱਡਾ ਰਹਿਬਰ ਹੈ, ਉਹਦੀ ਜਾਂਚ ਇੱਕ ਦੁਨਿਆਵੀ CBI ਕਰੂਗੀ, ਸਾਡੀਆਂ ਭਾਵਨਾਵਾਂ ਭੜਕਦੀਆਂ। ਤਾਂ ਉਹ ਭਾਵਨਾਵਾਂ ਜਿਨ੍ਹਾਂ ਦੀਆਂ ਭੜਕੀਆਂ, ਉਹਨਾਂ 'ਚ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਸੀਗਾ। 21 ਸਤੰਬਰ 2005 ਨੂੰ ਤੁਸੀਂ ਮੈਨੂੰ ਦੱਸੋ ਵੀ ਇਹ 5 ਤੋਂ ਉਦੋਂ ਪਿੱਛੋਂ ਤੋਂ ਇਹਨਾਂ ਦੀ ਸਾਂਝ ਹੈਗੀ ਹੈ। 1978 ਕਿਹਨਾਂ ਦੇ ਰਾਜ ਵਿੱਚ ਹੋਇਆ? ਸਾਰਾ ਕੁਝ ਇਹਨਾਂ ਦੇ ਸਿਸਟਮ 'ਚ ਹੋਇਆ। ਬਾਕੀ ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ, ਕਾਂਗਰਸ ਦੀ ਗਵਰਨਮੈਂਟ ਦੀ ਮਹਾਨ ਨਲਾਇਕੀ ਹੈ, ਮਹਾਨ ਨਲਾਇਕੀ ਹੈ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਅਕਸਰ ਯਾਦ ਕਰਵਾਉਣਾ ਕਿ ਤੁਹਾਡੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਉਦੋਂ ਇਹਨਾਂ ਦੇ ਬਜ਼ੁਰਗਾਂ ਨੂੰ ਕਿਹਾ ਸੀ ਕਿ ਤੁਹਾਡੇ ਕੋਈ ਤੋਟ ਨਹੀਂ ਆਉਣੀ, ਸਮਰਪਿਤ ਰਹੋ। ਜਦੋਂ ਕਾਲੇ ਚੌਧਰੀ ਨੇ ਆਪਣਾ ਢਿੱਡ ਖੜਕਾਇਆ ਸੀ, ਕਾਲੇ ਚੌਧਰੀ ਦੇ ਭਤੀਜਿਆਂ ਨੂੰ, ਚਲੋ ਮੈਂ ਉਹ ਕਹਿੰਦੇ ਰਹਿੰਦੇ ਆ, ਇਹ ਹੁਣ ਗੱਲਾਂ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਤੋਂ 12-13 ਕਿਲੋਮੀਟਰ ਦੂਰ ਹੈ ਪਿੰਡ ਕਲਿਆਣ, ਜਿੱਥੋਂ ਇਤਿਹਾਸਕ ਸਫਰੀ ਸਰੂਪ ਜਿਹੜਾ ਚੋਰੀ ਹੋਇਆ, ਉਹਦਾ ਮਸਲਾ ਸਭ ਤੋਂ ਪਹਿਲਾਂ ਕਿਹਨੇ ਚੱਕਿਆ ਜੀ? ਉਹਦਾ ਮਸਲਾ ਸਭ ਤੋਂ ਪਹਿਲਾਂ ਗੁਰੂ ਦੀ ਕਿਰਪਾ ਨਾਲ ਅਸੀਂ ਵੀ ਚੱਕਿਆ, ਅਸੀਂ ਵੀ ਸਾਰਾ ਦੱਸਿਆ। ਇਹ ਜੌਲੀਆਂ ਪਿੰਡ ਦੇ ਵਿੱਚ ਵੀ ਇਹ ਸਾਰੇ ਮਸਲੇ ਨੂੰ ਖੁਰਦ-ਬੁਰਦ ਕਰਨ ਕਿਉਂ ਲੱਗ ਜਾਂਦੇ ਨੇ? ਇਹ ਸਾਰੇ ਚੋਰ ਲਾਉਂਦੇ ਨੇ, ਹੁਣ ਢੱਕ ਦੋ ਗੱਲ ਨੂੰ, ਢੱਕ ਦੋ। ਇਹਦਾ ਮਤਲਬ ਕਿਤੇ ਨਾ ਕਿਤੇ ਇਹਨਾਂ ਦੀ ਵਿੱਚ ਸਾਰਾ ਇਹ ਚੋਰ ਨੇ, ਇਹ ਠੱਗ ਨੇ, ਇਹਨਾਂ ਕੋਲੇ ਕੋਈ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਹੈਗਾ। ਇਹ ਜਵਾਬ ਦੇ ਦੇਣ ਜੀ ਇਹਨਾਂ ਨੂੰ। ਤੁਸੀਂ ਭੈਣ ਜੀ ਮੈਨੂੰ ਇਹ ਸਮਝਾਓ ਵੀ ਭੱਜਦੇ ਕਿਉਂ ਨੇ? ਆਪਾਂ ਕਿਹੜਾ ਕੋਈ ਲੜਨ ਜਾਣਾ ਉੱਥੇ? ਜੀ ਬਿਲਕੁਲ। ਇਹ ਜੀ ਜਿਸ ਤਰੀਕੇ ਨਾਲ ਉਹੀ, ਜਿਵੇਂ ਹੁਣ ਜੇ ਆਪਾਂ ਇਹਨਾਂ ਦੀ ਜਿਹੜੀ ਅਕਾਲ ਤਖਤ ਸਾਹਿਬ ਤੇ ਇਕੱਠ ਹੋਇਆ ਹੈ, ਪਹਿਲਾਂ ਤਾਂ ਮੈਂ ਪੁੱਛਾਂਗੀ ਜਿਹੜਾ ਵੱਖ-ਵੱਖ ਜਥੇਬੰਦੀਆਂ ਨੇ ਇਕੱਠ ਬੁਲਾਇਆ ਗਿਆ ਸੀ, ਬੈਠਕ ਬੁਲਾਈ ਸੀ, ਪ੍ਰਚਾਰਕਾਂ ਦੀ ਸ਼੍ਰੇਣੀ ਦੇ ਵਿੱਚੋਂ ਤੁਸੀਂ ਹੋ ਜਾਂ ਤੁਹਾਡੇ ਨਾਲ ਹੋਰ ਜਿਹੜੇ ਲਿੰਕ ਦੇ ਵਿੱਚ ਹੋਣਗੇ, ਕਿਸੇ ਨੂੰ ਵੀ ਸੱਦਾ ਮਿਲਿਆ ਇਸ ਮੀਟਿੰਗ 'ਚ ਸ਼ਾਮਿਲ ਹੋਣ ਲਈ? ਬਹੁਤ ਭੈਣ ਜੀ, ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਬਹੁਤ ਇੰਪੋਰਟੈਂਟ ਸਵਾਲ ਕੀਤਾ। ਦੇਖੋ, ਪਹਿਲਾਂ ਤਾਂ ਬੇਅਦਬੀ ਅਤੇ ਧਰਮ ਪਰਿਵਰਤਨ ਦੇ ਮਸਲੇ ਤੇ ਇਕੱਤਰਤਾ ਸੱਦੀ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਤਲਵੰਡੀ ਸਾਹਿਬ, ਇੰਨੇ ਲੰਮੇ ਟਾਈਮ ਬਾਅਦ। ਪਰ ਇਹਦੇ ਵਿੱਚ ਜਿਹੜੇ ਬੇਅਦਬੀ ਮਸਲੇ ਦੇ ਉੱਤੇ ਪਹਿਲੇ ਦਿਨ ਤੋਂ ਲੜਾਈ ਲੜ ਰਹੇ ਨੇ, ਉਹਨਾਂ ਚੋਂ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਜਵਾਬ ਦੇ ਦੇਣ ਵੀ ਕਿੰਨੇ ਬੰਦਿਆਂ ਨਾਲ ਉਹਨਾਂ ਨੇ ਸੰਪਰਕ ਕੀਤਾ ਤੇ ਉਹ ਨਹੀਂ ਪਹੁੰਚੇ। ਇੱਕ ਵੀ ਬੰਦੇ ਨਾਲ ਦੱਸ ਦੇਣ। ਫਿਰ ਉਹਨਾਂ ਦੀ ਛੱਡੋ, ਜਿਹੜੇ ਉਸ ਬੇਅਦਬੀ ਘਟਨਾਕ੍ਰਮ ਦਾ ਰੋਸ ਜਤਾਉਂਦੇ ਹੋਏ ਸ਼ਹੀਦ ਹੋ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ, ਉਹਨਾਂ ਦੇ ਪਰਿਵਾਰਾਂ ਵਿੱਚੋਂ ਸੰਪਰਕ ਕੀਤਾ। ਉਹਨਾਂ ਚੋਂ ਇੱਕ ਬੰਦਾ ਵੀ ਉਸ ਇਕੱਤਰਤਾ ਦੇ ਵਿੱਚ ਸ਼ਾਮਲ ਹੈ ਨਹੀਂ। ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਬੜੀ ਪਲੈਨਿੰਗ ਦੇ ਨਾਲ ਖੇਡ ਰਹੇ ਨੇ ਨਾ, ਕਿ ਜਿਹੜੇ ਪੰਥਕ ਸਫਾਂ ਦੇ ਵਿੱਚੋਂ ਬਾਦਲ ਕੇ ਜ਼ੀਰੋ ਹੋ ਚੁੱਕੇ ਨੇ, ਉਹਨਾਂ ਨੂੰ ਬੜੀ ਪਲੈਨਿੰਗ ਦੇ ਨਾਲ ਦੁਬਾਰਾ ਫਿਰ ਤੋਂ ਮੈਂ ਖੜਾ ਕਰਦੇ ਹਾਂ ਉਹਨਾਂ ਨੂੰ। ਮੈਂ ਤੁਹਾਡੇ ਮਾਧਿਅਮ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਗਿਆਨੀ ਜੀ, ਬਾਦਲਾਂ ਨੇ ਪੰਥਕ ਸਫਾਂ 'ਚ ਹੁਣ ਖੜੇ ਨਹੀਂ ਹੋਣਾ, ਤੁਸੀਂ ਉਹਨਾਂ ਨੂੰ ਖੜੇ ਕਰਦੇ ਡਿੱਗ ਪੈਣਾ। ਕੁਰਬਾਨੀ ਦਾ ਫੈਸਲਾ, ਕੂੜ ਨਖੁੱਟੇ ਨਾਨਕਾ ਊੜਕ ਸੱਚ ਰਹੀ। ਆ ਤੁਸੀਂ ਜਿਹੜਾ ਉੱਥੇ ਰਚਿਆ ਸੀਗਾ ਸਾਰਾ ਕੁਝ, ਕੀ ਹੁਣ ਇਹਨਾਂ ਨੂੰ ਇਹ ਗੁਰੂ ਸਾਹਿਬ ਤੇ ਭਰੋਸਾ ਰਹਿਣਾ ਚਾਹੀਦਾ ਭੈਣ ਜੀ? ਇਹਨਾਂ ਨੂੰ ਹੁਣ ਇਹ ਪੁੱਠਾ ਨਹੀਂ ਪੈ ਰਿਹਾ? ਵੇਖ ਲੈਣ। ਤੁਹਾਨੂੰ ਨਹੀਂ ਬੁਲਾਇਆ ਗਿਆ ਇਸ ਮੀਟਿੰਗ ਦੇ ਵਿੱਚ?
ਬਿਲਕੁਲ ਨਹੀਂ ਜੀ ਸੱਦਿਆ। ਅਸੀਂ ਤਾਂ ਇਹਨਾਂ ਨੂੰ ਸਮਾਂ ਮੰਗਦੇ ਹਾਂ, ਜਿੱਥੇ ਮਰਜ਼ੀ ਸੱਦ ਲੈਣ ਭੈਣ ਜੀ। ਯਾਨੀ ਕਿ ਤੁਹਾਡਾ ਪੂਰਾ ਇਹ ਇਲਜ਼ਾਮ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਾਦਲਾਂ ਨੂੰ ਮੁੜ ਪੰਥਕ ਸਫਾਂ ਦੇ ਵਿੱਚ ਇੱਜ਼ਤਦਾਰ ਬਣਾਉਣ ਦੇ ਲਈ ਇਹ ਸਭ ਕੀਤਾ ਜਾ ਰਿਹਾ ਹੈ। ਸਾਰਾ ਕੁਝ ਇਹ ਬੜੀ ਪਲੈਨਿੰਗ ਤਹਿਤ ਇਹੀ ਹੋ ਰਿਹਾ ਜੀ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਉਹ ਜਥੇਦਾਰ ਬਣੇ ਉਦੋਂ ਉਹਨਾਂ ਨੇ ਕੁਝ ਬਿਆਨ ਇਸ ਤਰ੍ਹਾਂ ਦੇ ਦਿੱਤੇ, ਸਾਡੇ ਪੰਥ ਦਾ ਬਹੁਤ ਵੱਡਾ ਹਿੱਸਾ, ਮੈਂ ਇਹ ਸਮਝਦਾ, ਗੁੰਮਰਾਹ ਹੋ ਗਿਆ ਸੀ ਉਹਨਾਂ ਬਿਆਨਾਂ ਤੋਂ ਕਿ ਸ਼ਾਇਦ ਇਹ ਕੋਈ ਪੰਥਕ ਬੰਦੇ ਆ ਜੀ। ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਰਹੇ ਕਿ ਜੇ ਕੌਮ ਜਥੇਦਾਰ ਨਾਲ ਖੜ ਜੇ ਅਕਾਲ ਤਖਤ ਨਾਲ, ਅਕਾਲ ਤਖਤ ਹੁਣ ਵੀ ਉਹ ਭੂਮਿਕਾ ਨਿਭਾ ਸਕਦਾ ਹੈ, ਅਕਾਲ ਤਖਤ ਮਹਾਨ ਹੈ। ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਨਾ ਜੀ, ਫਿਰ ਬੀਬੀ ਜਗੀਰ ਕੌਰ ਕਹਿਣ ਲੱਗ ਜਾਂਦੀ ਆ ਕਿ ਇਹ ਜੀ ਸੰਸਥਾਵਾਂ ਨੂੰ ਟਾਰਗੇਟ ਕਰਦੇ ਆ, ਪਰ ਮੈਂ ਕਹਿਣਾ ਚਾਹੁੰਦਾ ਕਿ ਸੰਸਥਾਵਾਂ ਗੁਰੂ ਲਈ ਨੇ, ਗੁਰੂ ਸੰਸਥਾਵਾਂ ਲਈ ਨਹੀਂ। ਅਕਾਲ ਤਖਤ ਮਹਾਨ ਹੈ, ਅਕਾਲ ਤਖਤ ਮਹਾਨ ਹੈ, ਬਾਦਲ ਦੇ ਜਥੇਦਾਰਾਂ ਨੇ ਰੋਲੀਏ ਦੀ ਸ਼ਾਨ ਹੈ, ਅਸੀਂ ਇਹ ਕਹਿੰਦੇ ਆ ਜੀ। ਸੋ ਤੁਸੀਂ ਇੱਕ ਬੜਾ ਵੱਡਾ ਇਲਜ਼ਾਮ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਲਗਾ ਰਹੇ ਹੋ। ਕਿਤੇ ਨਾ ਕਿਤੇ ਜਿਹੜੇ ਇਹ ਮੌਜੂਦਾ ਜਥੇਦਾਰ ਹੈਗੇ ਨੇ, ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਿੱਖ ਕੌਮ ਦਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਹਿੱਸਾ ਮਾਣ ਸਤਿਕਾਰ ਕਰਦਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦਾ ਤਾਂ ਸਾਰੇ ਹੀ ਕਰਦੇ ਨੇ, ਪਰ ਖਾਸ ਕਰਕੇ ਇਹਨਾਂ ਨੇ ਜਿਹੜਾ ਸਿੱਖ ਨੌਜਵਾਨਾਂ ਦੇ ਵਿੱਚ ਆਪਣੀ ਇੱਕ ਛਵੀ ਬਣਾਈ ਹੈ ਕਿ ਨੌਜਵਾਨ ਪਸੰਦ ਕਰਦੇ ਨੇ। ਹੁਣ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਬਾਦਲਾਂ ਨੂੰ ਬਚਾਉਣ ਦੇ ਲਈ ਇਹ ਸਾਰੀ ਮੀਟਿੰਗ ਹੈ ਜਿਹੜੀ ਸੱਦੀ ਗਈ, ਸਾਰੇ ਬਿਆਨ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ, ਤੇ ਫਿਰ ਤੁਸੀਂ ਕੀ ਕਰ ਰਹੇ ਹੋ ਸਿੱਖ ਸੰਗਤ ਨੂੰ ਸੁਚੇਤ ਕਰਨ ਦੇ ਲਈ? ਜੇ ਤੁਸੀਂ ਇਹ ਇਲਜ਼ਾਮ ਲਾ ਰਹੇ ਹੋ, ਤੁਸੀਂ ਕੀ ਕਰੋਗੇ? ਭੈਣ ਜੀ ਮੇਰੀ ਬੇਨਤੀ ਸੁਣੋ, ਮੈਂ ਕੋਈ ਇਹ ਝੂਠੇ ਇਲਜ਼ਾਮ ਨਹੀਂ ਲਾ ਰਿਹਾ। ਤੁਸੀਂ ਮੈਨੂੰ ਦੱਸੋ, ਤੁਸੀਂ ਮੈਨੂੰ ਸਮਝਾ ਦਿਓ ਵੀ ਜਿਹੜੀ ਬੇਅਦਬੀ ਦੇ ਮਸਲੇ ਤੇ ਇਕੱਤਰਤਾ ਸੱਦ ਰਹੇ ਹੋ, ਉਹਨਾਂ ਦੇ ਵਿੱਚ ਜਿਹੜੇ ਬੰਦੇ ਲੜਾਈ ਲੜ ਰਹੇ ਆ, ਚਾਹੇ ਤੁਹਾਡੇ ਨਾਲ ਉਹਦੇ ਹਜ਼ਾਰਾਂ ਮਤਭੇਦ ਹੋਣ, ਜੀ ਜੀ, ਉਹਨਾਂ ਨੂੰ ਸੁਨੇਹਾ ਦੇਣਾ ਚਾਹੀਦਾ ਸੀ ਕਿ ਨਹੀਂ? ਮੈਨੂੰ ਤੁਸੀਂ ਸਮਝਾ ਦਿਓ। ਬਿਲਕੁਲ, ਕਿਉਂਕਿ ਅਸੀਂ ਵੀ ਖਬਰ ਚਲਾਈ ਸੀ, ਜੋ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਾਰੀਆਂ ਸਿੱਖ ਜਥੇਬੰਦੀਆਂ ਦੀ ਇੱਕ ਬੈਠਕ ਬੁਲਾਈ ਜਾਊਗੀ ਕਿਉਂਕਿ ਬੇਅਦਬੀ ਦਾ ਮਸਲਾ ਸਾਰੇ ਸਿੱਖਾਂ ਦਾ। ਪਰ ਤੁਸੀਂ ਕਹਿ ਰਹੇ ਤੁਹਾਨੂੰ ਨਹੀਂ ਬੁਲਾਇਆ ਗਿਆ। ਕਿਸੇ ਨੂੰ ਨਹੀਂ ਸੱਦਿਆ ਜੀ ਇਹਨਾਂ ਨੇ, ਉਹ ਤਾਂ ਜਿਹੜੇ ਉਹੀ ਲਿਮਟਿਡ ਬੰਦੇ ਨੇ, ਚਲੋ ਸੱਦ ਲਏ। ਦੂਜਾ ਅਸੀਂ ਕੀ ਕਰ ਰਹੇ ਹਾਂ ਭੈਣ ਜੀ, ਅਸੀਂ ਤਾਂ ਦੇਖੋ ਸਾਡੀ ਕੋਈ ਔਕਾਤ ਨਹੀਂ, ਅਸੀਂ ਕੋਈ ਆਪਣੇ ਆਪ 'ਚ ਕੋਈ ਵੱਡੇ ਬੰਦੇ ਨਹੀਂ, ਨਾ ਸਾਡੇ ਕੋਈ ਪਾਵਰ ਹੈ। ਸਾਡੇ ਕੋਲੇ ਤਾਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤਰਸ ਕਰਕੇ ਸਾਡੇ ਤੇ ਰਹਿਮਤ ਕਰਕੇ ਇੰਨੀ ਕੁ ਸੇਵਾ ਬਖਸ਼ਤੀ। ਨਹੀਂ ਮੇਰੇ ਵਰਗਾ ਬੰਦਾ, ਮੈਂ ਕਹਿੰਦਾ ਵੀ ਅਸੀਂ ਕੀ ਕਰਨ ਜੋਗੇ ਹਾਂ ਕਿਸੇ ਦਾ। ਗੁਰੂ ਸਾਹਿਬ ਨੇ ਰਹਿਮਤ ਕਰਤੀ ਕਿ ਅਸੀਂ ਸਤਿਗੁਰੂ ਦੀ ਬਾਣੀ, ਇਤਿਹਾਸ, ਵਿਰਸੇ ਦੇ ਇਤਿਹਾਸ ਸੁਣਾਇਆ, ਔਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਦਾ ਮਹਾਨ ਇਤਿਹਾਸ ਸੁਣਾ ਕੇ ਸੌਦਾ ਸਾਹਿਬ ਦੇ ਜਿਹੜੇ ਵੱਡੇ ਗੜ੍ਹ ਸੀਗੇ, ਉੱਥੋਂ ਭੈਣ ਜੀ ਲੋਕਟ ਤਾਰ ਕੇ ਜਿਹੜੇ ਸੌਦਾ ਸਾਹਿਬ ਦੇ ਚੇਲੇ ਸੀਗੇ ਉਹ ਸਿੱਖੀ ਵਿੱਚ ਸ਼ਾਮਲ ਹੋ ਗਏ। ਇੱਕ ਤਾਂ ਅਸੀਂ ਲਗਾਤਾਰ ਉਹ ਕੰਮ ਜਿਹੜਾ ਆਪਣੇ ਭੈਣ ਭਰਾਵਾਂ ਨਾਲ ਰਲ ਕੇ ਕਰ ਰਹੇ ਹਾਂ। ਸਲਾਬਤਪੁਰਾ ਜਿਹੜਾ ਸੌਦਾ ਸਾਹਿਬ ਦਾ ਡੇਰਾ ਹੈ ਭੈਣ ਜੀ, ਉੱਥੇ 200 ਬੰਦਾ ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਕਰ ਚੁੱਕਿਆ ਹੈ। ਹੋਰ ਵੀ ਬਹੁਤ ਸਾਰੇ ਉਦਾਹਰਨਾਂ ਹੈਗੀਆਂ ਨੇ। ਤੇ ਦੂਜਾ ਜਿਹੜੇ ਇਹ ਸਾਡੇ ਆ ਬੈਠੇ ਨੇ, ਮਤਲਬ ਸਾਡੇ ਪਾਵਨ ਅਸਥਾਨਾਂ ਤੇ ਬੈਠੇ ਨੇ, ਅਸੀਂ ਇਹ ਜਿਹੜੀਆਂ ਹਰਕਤਾਂ ਕਰਦੇ ਨੇ, ਜਿਹੜਾ ਇਹ ਕੌਮ ਦਾ ਨੁਕਸਾਨ ਕਰਦੇ ਨੇ, ਉਹ ਖੁੱਲ੍ਹੇਆਮ ਅਸੀਂ ਮਤਲਬ ਦੱਸਦੇ ਹਾਂ ਸੰਗਤ ਨੂੰ। ਮੈਂ ਇਹ ਵੀ ਕਹਿਣਾ ਚਾਹੁੰਦਾ, ਸਾਡੇ ਪ੍ਰਬੰਧਕ ਨੇ ਜਿਹੜੇ ਦੀਵਾਨ ਲਵਾਉਣ ਵਾਲੇ, ਉਹਨਾਂ ਨੂੰ ਸਲੂਟ ਕਰਦਾ ਕਿ ਕਿੰਨਾ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਰਿਹਾ ਬਾਦਲਾਂ ਦੀ ਹਕੂਮਤ ਮੌਕੇ। ਉਹਨਾਂ ਨੂੰ ਭੈਣ ਜੀ ਥਾਣਿਆਂ 'ਚ ਸੱਦਿਆ ਜਾਂਦਾ ਰਿਹਾ। ਮੈਨੂੰ ਦੱਸੋ ਵੀ ਦੀਵਾਨ ਲਾਉਣਾ ਗੁਰਦੁਆਰੇ ਦੇ ਵਿੱਚ, ਥਾਣੇ 'ਚ ਸੱਦ ਰਹੇ ਨੇ, ਇਜਾਜ਼ਤ ਲਓ, ਐਂ ਕਰੋ। ਗੁਰਦੁਆਰੇ ਪਾਠ ਕਰਨ ਦੀ, ਕਥਾ ਕਰਨ ਦੀ ਵੀ ਕੋਈ ਇਜਾਜ਼ਤ ਹੁੰਦੀ ਆ? ਤੇ ਇਸ ਦੇ ਯਤਨ ਇਹ ਕਰਦੇ ਰਹੇ ਨੇ, ਬਹੁਤ ਕੁਝ ਇਹਨਾਂ ਨੇ ਕੀਤਾ, ਪਰ ਇਹ ਹੈ ਵੀ ਸਾਰਾ ਕੁਝ। ਤੁਸੀਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਜਿਸ ਵੇਲੇ ਬੇਅਦਬੀ ਹੋਈ ਹੈ, ਪੂਰਾ ਜਿਹੜਾ ਦੋਸ਼ ਉਸ ਸਰਕਾਰ ਦੇ ਸਿਰ ਹੈ, ਜਿਹੜਾ ਤਕਰੀਬਨ ਸਾਰੇ ਸਿੱਖਾਂ ਦੇ ਵੱਲੋਂ ਲਾਇਆ ਜਾਂਦਾ ਹੈ ਇੱਕ ਜਿਹੜੀ ਸੰਸਥਾ ਨੂੰ ਛੱਡ ਕੇ। ਤੇ ਦੂਸਰੇ ਪਾਸੇ ਹੁਣ ਕਾਂਗਰਸ ਦੀ ਸਰਕਾਰ ਹੈ। ਕਾਂਗਰਸ ਦੀ ਸਰਕਾਰ ਦੇ ਹੁਣ 6 ਮਹੀਨੇ ਰਹਿ ਗਏ ਨੇ, 2022 ਆਉਣ ਵਾਲੀਆਂ ਵੋਟਾਂ ਆਉਣ ਵਾਲੀਆਂ ਨੇ, ਤੇ ਕੈਪਟਨ ਸਾਹਿਬ ਦੇ ਵਾਅਦਿਆਂ ਦੇ ਵਿੱਚੋਂ ਇੱਕ ਵਾਅਦਾ ਇਹ ਵੀ ਸੀ ਕਿ ਬੇਅਦਬੀ ਦਾ ਇਨਸਾਫ ਅਸੀਂ ਦਿਵਾਵਾਂਗੇ। ਬਾਕੀ ਵਰਗ ਜਿਨ੍ਹਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ, ਉਹ ਸੜਕਾਂ ਤੇ ਨੇ ਇਸ ਵਕਤ। ਤੇ ਸਿੱਖ ਕੀ ਕਰ ਰਹੇ ਨੇ? ਕੈਪਟਨ ਸਾਹਿਬ ਨੇ ਵੀ ਇਹ ਜਿਹੜਾ ਇਨਸਾਫ ਦਿਵਾਉਣ ਦੇ ਵਿੱਚੋਂ ਨਾਕਾਮਯਾਬ ਰਹੇ ਨੇ ਹੁਣ ਤੱਕ। 6 ਮਹੀਨੇ ਵੀ ਮੁੱਕ ਜਾਣਗੇ, ਕੀ ਤੁਸੀਂ ਇਨਸਾਫ ਲੈਣ ਦੇ ਲਈ ਕੋਈ ਦਬਾਅ ਪਾਉਣ ਦੇ ਲਈ ਕੁਝ ਪਲੈਨਿੰਗ ਕਰ ਰਹੇ ਹੋ? ਬਹੁਤ ਇੰਪੋਰਟੈਂਟ ਗੱਲ ਤੁਸੀਂ ਕੀਤੀ ਭੈਣ ਜੀ। ਮੈਂ ਤੁਹਾਨੂੰ ਦੱਸਦਾ, ਉਦਾਹਰਣ ਦਿੰਦਾ ਵੀ ਦੇਖੋ ਜੌਲੀਆਂ ਪਿੰਡ ਦੇ ਵਿੱਚ ਬੇਅਦਬੀ ਹੋਈ, ਅਸੀਂ ਉੱਥੇ ਫੋਕਸ ਕਰ ਰਹੇ ਸੀ, ਟਾਰਗੇਟ ਕਰ ਰਹੇ ਸੀ ਕੈਪਟਨ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ। ਪਰ ਇਹ ਵਿੱਚ ਐਸਜੀਪੀਸੀ ਵਾਲੇ ਆ ਕੇ ਉੱਥੇ ਖੱਲਰ ਪਾਉਂਦੇ ਨੇ
ਮੈਨੂੰ ਇਹ ਦੱਸ ਦਿਓ, ਜਦੋਂ ਉੱਥੇ ਪਛਚਾਤਾਪ ਸਮਾਗਮ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮਸਲੇ ਤੇ, ਸਿੱਖਾਂ ਦੀ ਰਵਾਇਤ ਹੈ, ਉੱਥੇ ਕੀਰਤਨ ਹੁੰਦਾ, ਉੱਥੇ ਕਥਾ ਹੁੰਦੀ ਹੈ, ਫਿਰ ਪੰਥ ਦਾ ਕੋਈ ਵੀ ਮਸਲਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਵਿਚਾਰਿਆ ਜਾਂਦਾ ਹੈ। ਇਹ ਉੱਥੇ ਧੱਕੇ ਮਾਰ ਰਹੇ ਨੇ ਸਿੱਖਾਂ ਨੂੰ, ਅਸੀਂ ਜੀ ਬੋਲਣ ਨਹੀਂ ਦੇਣਾ, ਇੱਥੇ ਵਿਚਾਰਾਂ ਨਹੀਂ ਕਰਨ ਦੇਣੀਆਂ। ਬੇਅਦਬੀ ਘਟਨਾਕ੍ਰਮ ਬਹੁਤ ਵਾਪਰੀ, ਪਰ ਕਦੇ ਇਸ ਤਰ੍ਹਾਂ ਨਹੀਂ ਹੋਇਆ ਵੀ ਤੁਸੀਂ ਬੇਅਦਬੀ ਦੇਖੋ। ਗੁਰਦੁਆਰਿਆਂ 'ਚ ਬੇਅਦਬੀ ਦੇ ਮਸਲੇ ਤੇ ਵਿਚਾਰਾਂ ਨਹੀਂ ਹੋ ਸਕਦੀਆਂ, ਬਾਦਲਾਂ ਦੀਆਂ ਸਿਆਸੀ ਮੀਟਿੰਗਾਂ ਹੋ ਸਕਦੀਆਂ ਨੇ। ਗੁਰਦੁਆਰਿਆਂ 'ਚੋਂ ਲੰਗਰ ਤਿਆਰ ਹੋ ਕੇ ਇਹਨਾਂ ਦੀਆਂ ਸਿਆਸੀ ਰੈਲੀਆਂ 'ਚ ਜਾ ਸਕਦਾ ਹੈ। ਮੈਂ ਇਹ ਕਹਿਣਾ ਚਾਹੁੰਦਾ, ਕੈਪਟਨ ਨੂੰ ਅਸੀਂ ਬਹੁਤ ਘੇਰਦੇ ਹਾਂ, ਕਲਿਆਣ ਪਿੰਡ ਦਾ ਮਸਲਾ ਅਸੀਂ ਚੁੱਕਿਆ, ਸਾਰੇ ਮਸਲੇ ਅਸੀਂ ਚੁੱਕਦੇ ਹਾਂ, ਪਰ ਇਹ ਸਾਨੂੰ ਕੈਪਟਨ ਨਾਲ ਨਹੀਂ ਲੜਨ ਦਿੰਦੇ। ਇਹ ਆ ਕੇ ਕੀ ਕਰਦੇ ਆ, ਵਿੱਚ ਫਸਦੇ ਆ। ਹੁਣ 3 ਧਿਰਾਂ ਹੋ ਗਈਆਂ, ਇੱਕ ਬੇਅਦਬੀ ਕਰਨ ਵਾਲੇ, ਦੂਜੇ ਕਰਾਉਣ ਵਾਲੇ, ਤੀਜੇ ਇਹ ਨਾਲ ਰਲ ਗਏ ਐਸਜੀਪੀਸੀ ਵਾਲੇ ਉਸ ਮਸਲੇ ਨੂੰ ਦਬਾਉਣ ਤੇ, ਲੁਕਾਉਣ ਤੇ। ਇਹ ਗੱਲ ਨਾ ਕਰੋ ਜੀ, ਗੱਲ ਨਾ ਕਰੋ ਜੀ, ਤੁਸੀਂ ਮੈਨੂੰ ਦੱਸੋ ਬੀਬੀ ਫਿਰ ਗੱਲ ਇਹਦਾ ਮਤਲਬ ਚੁੱਪ ਕਰ ਜਾਈਏ ਅਸੀਂ? ਜੇ ਅਸੀਂ ਹੁਣ ਗੱਲ ਕਰਦੇ ਹਾਂ, ਜਿਵੇਂ ਭੈਣ ਜੀ ਤੁਸੀਂ ਵੀ ਕਿਹਾ ਵੀ ਭਰਾ ਮਾਰੂ ਜੰਗ ਹੁੰਦੀ ਹੈ, ਫਿਰ ਅਸੀਂ ਚੁੱਪ ਕਰਕੇ ਬੈਠ ਜਾਂਦੇ ਹਾਂ ਜਿੱਥੇ ਜਿਵੇਂ ਇਹਨਾਂ ਦੀ ਮਨਮਰਜ਼ੀ ਹੋ, ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਜੀ। ਤੇ ਭਾਈ ਸਾਹਿਬ, ਇੱਕ ਸਵਾਲ ਮੈਂ, ਤੁਸੀਂ ਪ੍ਰਚਾਰਕ ਹੋ ਸਿੱਖ ਕੌਮ ਦੇ, ਮੈਂ ਤੁਹਾਡੇ ਤੋਂ ਬੜਾ ਅਹਿਮ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ। ਕਿਸਾਨਾਂ ਦਾ ਹੁਣ ਸੰਘਰਸ਼ ਚੱਲ ਰਿਹਾ ਹੈ, ਪਿਛਲੇ 8-10 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ। ਕਿਸਾਨਾਂ ਦੀਆਂ ਜ਼ਮੀਨਾਂ ਖੋਣੀਆਂ ਸ਼ੁਰੂ ਕਰਤੀਆਂ ਸਰਕਾਰ ਨੇ, ਤੇ ਉਹ ਆ ਗਏ ਸੰਘਰਸ਼ ਤੇ, ਡਟ ਕੇ ਬੈਠੇ ਨੇ ਕਿ ਕੀ ਕਾਰਨ ਹੈ ਕਿ ਗੁਰੂ ਦੀ ਬੇਅਦਬੀ ਲਈ ਇਹੋ ਜਿਹਾ ਸੰਘਰਸ਼ ਕਿਉਂ ਨਹੀਂ ਛੇੜਿਆ ਪੰਜਾਬ ਦੀ ਧਰਤੀ ਤੇ, ਜਿਹੋ ਜਿਹਾ ਕਿਸਾਨਾਂ ਨੇ ਆਪਣੀ ਹੋਂਦ ਬਚਾਉਣ ਲਈ ਛੇੜਿਆ? ਕਿੱਥੇ ਕਮੀ ਹੈ? ਨਹੀਂ, ਉਹ ਕਮੀਆਂ ਤਾਂ ਭੈਣ ਜੀ ਸਾਰਿਆਂ ਵਿੱਚ ਰਹੀਆਂ, ਸੰਘਰਸ਼ ਲੜਨ ਵਾਲਿਆਂ ਵਿੱਚ ਵੀ ਕਿਤੇ ਨਾ ਕਿਤੇ ਕਮੀ ਰਹੀ ਹੈ ਪਿਛਲੇ ਸਮਿਆਂ 'ਚ, ਉਹ ਸਾਰਾ ਸਾਨੂੰ ਮੇਰਾ ਖਿਆਲ ਸਾਰੇ ਪੰਥ ਨੂੰ ਪਤਾ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਜੀ, ਜਿਹੜੇ ਮਤਲਬ ਸਾਡੀ ਸ਼੍ਰੋਮਣੀ ਕਮੇਟੀ ਹੈ, ਤੁਸੀਂ ਭੈਣ ਜੀ ਮਤਲਬ ਦੇਖੋ, ਜੋ ਮੇਰੇ ਮਨ ਵਿੱਚ ਹੈ ਉਹ ਜਾਂ ਤਾਂ ਮੈਂ ਜਾਣਦਾ ਜਾਂ ਮੇਰਾ ਗੁਰੂ ਜਾਣਦਾ ਜੀ, ਹੈ ਨਾ ਜੀ। ਵੀ ਤੁਹਾਨੂੰ ਲੱਗਦਾ ਹੈ ਵੀ ਸਾਨੂੰ ਕਿੰਨਾ ਕੁ ਅਫਸੋਸ ਹੁੰਦਾ ਹੋਊ, ਕਿੰਨਾ ਦੁੱਖ ਹੁੰਦਾ ਹੋਊ। ਅਸੀਂ ਉਹ ਸ਼੍ਰੋਮਣੀ ਕਮੇਟੀ ਹੈ, ਸਾਨੂੰ ਪਤਾ ਹੈ ਕਿ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਹੈ, ਪਰ ਉੱਥੇ ਇਹੋ ਜਿਹੇ ਨਲਾਇਕ ਬਹਿ ਗਏ ਕਿ ਸਾਨੂੰ ਨਿੱਤ ਇਹਨਾਂ ਦੇ ਉੱਤੇ ਸਵਾਲ ਚੁੱਕਣੇ ਪੈ ਰਹੇ। ਜੇ ਇਹ ਬੰਦਿਆਂ ਵਾਂਗੂ ਸਹੀ ਨਹੀਂ ਮਿਲ ਰਹੀ ਅਗਵਾਈ, ਮੈਂ ਤੁਹਾਨੂੰ ਹੋਰ ਦੱਸਦਾ, ਗੁਰੂਸਰ ਹੈ ਜੀ ਜਲਾਲ ਦੇ ਨੇੜੇ ਭਗਤਾ ਭਾਈਕਾ ਦੇ ਵਿੱਚ। ਗੁਰੂਸਰ ਦੇ ਵਿੱਚ ਬੇਅਦਬੀ ਕਰਨ ਵਾਲੇ ਜਿਹੜੇ ਦੋਸ਼ੀ ਨੇ, ਜਤਿੰਦਰਵੀਰ ਜਿੰਮੀ ਤੇ ਕੁਲਦੀਪ ਪ੍ਰੇਮੀ ਨੇ, ਡੇਰਾ ਪ੍ਰੇਮੀ ਜੀ, ਉਹਨਾਂ ਨੂੰ ਭਗਤਾ ਭਾਈਕਾ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੀਆਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਹੋਈਆਂ ਸੀ। ਦੁਕਾਨ ਨੰਬਰ 61 ਤੇ ਦੁਕਾਨ ਨੰਬਰ 80 ਜਤਿੰਦਰਾ ਟੈਲੀਕਾਮ ਤੇ ਦੀਪ ਗਾਰਮੈਂਟਸ ਦੇ ਨਾਂ ਤੇ ਉਹ ਦੁਕਾਨਾਂ ਚੱਲਦੀਆਂ ਸੀ ਜੀ। ਤੇ ਮੇਰੀ ਇਹ ਗੱਲ ਪਲੀਜ਼ ਪੂਰੀ ਹੋਣ ਦਿਓ। ਇਹ ਕੀ ਹੋਇਆ, ਵੀਰ ਹਰਜੀਤ ਸਿੰਘ ਢਪਾਲੀ ਨੇ ਲੌਂਗੋਵਾਲ ਨੂੰ ਫੋਨ ਕਰਿਆ, ਗੋਬਿੰਦ ਸਿੰਘ ਲੌਂਗੋਵਾਲ ਉਦੋਂ ਪ੍ਰਧਾਨ ਸੀ, ਕਿ ਤੁਸੀਂ ਸ਼ਰਮ ਕਰ ਲਓ, ਉਹ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਦੁਕਾਨਾਂ ਸਮਾ ਕੇ ਬੈਠੇ ਹੋ, ਖਾਲੀ ਕਰਾਓ। ਲੌਂਗੋਵਾਲ ਕਹਿੰਦਾ ਵੀ ਅਸੀਂ ਕੋਈ ਨਹੀਂ, ਇਹਦੇ ਤੇ ਵਿਚਾਰ ਕਰ ਲਾਂਗੇ ਮੀਟਿੰਗ 'ਚ। ਜਦੋਂ ਉਹਨੇ ਇਹ ਕਿਹਾ, ਹਰਜੀਤ ਸਿੰਘ ਨੇ ਮੇਰੇ ਨਾਲ ਗੱਲ ਕੀਤੀ, ਮੈਂ ਉਸ ਵਕਤ ਵੀਡੀਓ ਪਾਈ ਕਿ ਜੇ ਸਵੇਰ ਨੂੰ ਦੁਕਾਨਾਂ ਖਾਲੀ ਨਾ ਕਰਾਈਆਂ ਫਿਰ ਅਸੀਂ ਕੋਈ ਐਕਸ਼ਨ ਲਵਾਂਗੇ। ਮਤਲਬ ਇੱਕ ਪਾਸੇ ਉਹ ਮਹਾਰਾਜ ਦੇ ਅੰਕ ਖਿਲਾਰ ਰਹੇ ਨੇ, ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦਾ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ, ਤੇ ਜਦੋਂ ਇਹਨਾਂ ਦੀ ਅਸੀਂ ਕਰਤੂਤ ਦੱਸਦੇ ਹਾਂ, ਇਹ ਕਹਿੰਦੇ ਜੀ ਸੰਸਥਾਵਾਂ ਨੂੰ ਟਾਰਗੇਟ ਕਰਦੇ ਆ। ਮਸੰਦ ਪ੍ਰਥਾ, ਮੈਂ ਉਦਾਹਰਨ ਦਿੰਦਾ, ਗੁਰੂ ਸਾਹਿਬ ਨੇ ਸ਼ੁਰੂ ਕੀਤੀ, ਤੀਜੇ ਪਾਤਸ਼ਾਹ ਨੇ, ਤੇ ਜਦੋਂ ਉਹ ਮਸੰਦ ਵਿਗੜ ਗਏ, 10ਵੇਂ ਪਾਤਸ਼ਾਹ ਨੇ ਅੱਗ ਲਾ ਕੇ ਸਾੜੇ ਕਿ ਨਹੀਂ ਸਾੜੇ? ਫਿਰ ਉੱਥੇ ਇਹ ਸਵਾਲ, ਅਸੀਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਕਿਣਕਾ ਵੀ ਨਹੀਂ, ਫਿਰ ਤਾਂ ਗੁਰੂ ਸਾਹਿਬ ਤੇ ਸਵਾਲ ਕਰਨਗੇ ਇਹ ਲੋਕ ਵੀ ਜੋ ਗੁਰੂ ਨੇ ਸ਼ੁਰੂ ਕੀਤੀ ਹੋਈ ਸੰਸਥਾ ਹੈ। ਗੁਰੂ ਜਦੋਂ ਕਰਤੂਤਾਂ ਮਾੜੀਆਂ ਕਰਨਗੇ ਫਿਰ ਅੱਗ ਲਾ ਕੇ ਫੂਕਣੇ ਪਏ 10ਵੇਂ ਪਾਤਸ਼ਾਹ ਨੂੰ ਉਹੀ ਮਸੰਦ। ਅਸੀਂ ਕਹਿੰਦੇ ਆ ਮਤਲਬ ਅਕਾਲੀ ਬੜਾ ਸਾਡਾ ਪਿੱਤਰ ਸ਼ਬਦ ਹੈ। ਤੁਸੀਂ ਪੜ੍ਹ ਕੇ, ਤੁਸੀਂ ਭੈਣ ਜੀ ਆਪ ਜਾਣਕਾਰ ਹੋ, ਕੀ ਲਿਖਿਆ ਕਾਹਨ ਸਿੰਘ ਨਾਭਾ ਨੇ, ਉਹ ਡੈਫੀਨੇਸ਼ਨ ਦੇ ਸਾਹਮਣੇ ਖੜ ਜਾਣ, ਮਾਇਆ ਵਿੱਚ ਕਿਵੇਂ ਨਿਰਲੇਪ ਰਹਿੰਦਾ ਹੈ। ਜੀ ਜੀ, ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ, ਉਹ ਚ ਸਾਰਾ ਵੇਰਵਾ ਦਿੱਤਾ ਹੈ, ਮੈਂ ਵਿਸਤਾਰ ਚ ਨਹੀਂ ਜਾਂਦਾ। ਤੇ ਉਹ ਹੁਣੇ ਇਹ ਅਕਾਲੀ ਨੇ ਜੀ, ਯਾਨੀ ਕਿ ਇਕਜੁੱਟਤਾ ਤੇ ਅਗਵਾਈ ਦੀ ਘਾਟ ਹੈ, ਲੀਡਰਸ਼ਿਪ ਦੀ ਘਾਟ ਹੈ, ਜਿਹਦੇ ਕਰਕੇ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਸਿੱਖ 6 ਸਾਲਾਂ ਤੋਂ ਲਗਾਤਾਰ ਜੂਝ ਹੀ ਰਹੇ ਨੇ। ਆਮ ਸਿੱਖ ਨੇ ਜਿਹੜੇ, ਉਹ ਇਹੀ ਸੋਚਦੇ ਨੇ ਕਿ ਐਸਜੀਪੀਸੀ ਹੈ ਜਿਹੜੀ, ਉਹਦੀ ਨੀਅਤ ਸਾਫ਼ ਨਹੀਂ ਹੈ ਇਸ ਮਸਲੇ ਨੂੰ ਲੈ ਕੇ, ਤੇ ਐਸਜੀਪੀਸੀ ਦੇ ਵੱਲੋਂ ਇਲਜ਼ਾਮ ਹੁਣ ਲਾਏ ਜਾ ਰਹੇ ਨੇ ਕਿ ਸਿੱਖ ਪ੍ਰਚਾਰਕ ਭੜਕਾਉਂਦੇ ਨੇ, ਕੁਝ ਸਿੱਖ ਪ੍ਰਚਾਰਕ। ਸੋ ਆਖਰੀ ਸਵਾਲ ਮੈਂ ਤੁਹਾਡੇ ਤੋਂ ਪੁੱਛਾਂਗੀ, ਤੁਸੀਂ ਕਹਿ ਰਹੇ ਹੋ ਕਿ ਬੇਅਦਬੀ ਦੇ ਮਸਲੇ ਤੇ ਸਾਡੀ ਲੜਾਈ ਸ਼ੁਰੂ ਤੋਂ ਹੀ ਜਾਰੀ ਹੈ, ਚੱਲ ਰਹੀ ਹੈ, ਪੂਰੀ ਇਮਾਨਦਾਰੀ ਦੇ ਨਾਲ ਚੱਲ ਰਹੀ ਹੈ। ਹੁਣ ਬੀਬੀ ਜਗੀਰ ਕੌਰ ਦੇ ਬਿਆਨ ਤੋਂ ਬਾਅਦ ਤੁਹਾਡੀ ਹਰਜਿੰਦਰ ਸਿੰਘ ਮਾਝੀ ਦੀ ਜਿਹੜੀ ਲੜਾਈ ਹੈ, ਇੱਕ ਨਿੱਜੀ ਲੜਾਈ ਤਾਂ ਨਹੀਂ ਬਣ ਜੂਗੀ ਕਿ ਬੀਬੀ ਜਗੀਰ ਕੌਰ ਨੇ ਜੋ ਬਿਆਨ ਦਿੱਤਾ ਹੈ ਉਧਰ ਫੋਕਸ ਹੋ ਜਾਵੇ ਬੇਅਦਬੀ ਦੇ ਮਸਲੇ ਨਾਲ?
ਉਹ ਨਹੀਂ ਭੈਣ ਜੀ, ਬੀਬੀ ਜੰਗੀਰ ਕੌਰ ਤਾਂ ਚਾਹੇ 4 ਗਾਣਾ ਹੋਰ ਕੱਢ ਲੇ, ਉਹਦੇ ਨਾਲ ਕੀ ਫਰਕ ਪੈਣਾ ਹੈ। ਮੈਂ ਤਾਂ ਤੁਹਾਨੂੰ ਮੇਰੇ ਜਿਹੜੇ ਮਸਲਾ ਇਹ ਹੈ, ਜੰਗੀਰ ਕੌਰ ਨਾਲ ਨਹੀਂ ਲੜਾਈ। ਜੰਗੀਰ ਕੌਰ ਜਿਨ੍ਹਾਂ ਨੇ ਬਣਾਈ ਹੈ ਨਾ, ਉਹ ਤਾਂ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਐਵੇਂ ਬੋਲੀ ਜਾਂਦੀ ਹੈ, ਉਹਨੂੰ ਕੋਈ ਪਤਾ ਨਹੀਂ ਲੱਗ ਰਿਹਾ। ਉਹ ਨਸ਼ਾ ਹੈ ਨਾ ਉਹ ਪ੍ਰਧਾਨਗੀ ਦਾ, ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਤੁਹਾਡੇ ਕੋਲੇ ਜਿਹੜੀ ਸੇਵਾ ਆਈ ਹੈ ਨਾ, ਇਹ ਸੇਵਾ ਉਹ ਹੈ ਭੈਣ ਜੀ। ਇੱਥੇ ਤਾਂ 1 ਟਕਾ ਤੁਸੀਂ ਦੇਖੋ, ਭਾਈ ਮਨੀ ਸਿੰਘ ਜੀ ਨੇ 1 ਟਕਾ ਨਹੀਂ ਦਿੱਤਾ, ਜਕਰੀ ਇਹਨੂੰ ਬੰਦ ਕਟਾ ਲਿਆ। ਉਹ 10,000 ਟਕਾ ਹੀ ਮੰਗਦਾ ਸੀ ਨਾ। ਇਹ ਤਾਂ ਨਹੀਂ ਕਿ ਭਾਈ ਮਨੀ ਸਿੰਘ ਕੋਲ ਉਦੋਂ ਪੈਸਾ ਨਹੀਂ ਸੀ। ਭਾਈ ਮਨੀ ਸਿੰਘ ਐਸੀ ਸ਼ਖਸੀਅਤ ਸੀ, ਉਹਨਾਂ ਦੀ ਇੱਕੋ ਆਵਾਜ਼ ਤੇ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਟਕਿਆਂ ਦਾ ਢੇਰ ਲਾ ਦੇਣਾ ਸੀ ਉਦੋਂ। ਮੈਂ ਕਹਿੰਦਾ ਉਹ ਗੋਲਕ ਚੋਂ 1 ਟਕਾ ਵੀ ਨਜਾਇਜ਼ ਨਹੀਂ ਵਰਤਿਆ। ਬੰਦ ਕਟਵਾ ਕੇ ਭਾਈ ਮਨੀ ਸਿੰਘ ਜੀ ਨੇ ਇੱਕ ਸਾਨੂੰ ਹਮੇਸ਼ਾ ਲਈ ਸੇਧ ਦਿੱਤੀ, ਗੁਰੂ ਕੀ ਗੋਲਕ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਨਜਾਇਜ਼ ਵਰਤੋਂ ਕਰ ਰਹੇ ਨੇ, ਇਹਨਾਂ ਦਾ ਅਸੀਂ ਸਾਰਾ ਇਹ ਦੱਸਦੇ ਰਵਾਂਗੇ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਫਿਰ ਤੋਂ ਕਹਿੰਦਾ, ਜਿੱਥੇ ਕਹਿਣ ਉੱਥੇ ਅਸੀਂ ਬੈਠ ਕੇ ਪਿਆਰ ਸਤਿਕਾਰ ਨਾਲ, ਰਿਸਪੈਕਟਫੁਲੀ। ਇਹ ਬੀਬੀ ਜੀ ਤਾਂ ਬੋਲਦੇ ਨੇ ਮਾਝੀ ਸਾਜੀ, ਪਰ ਮੈਂ ਕਹਿੰਦਾ ਨਹੀਂ, ਬੀਬੀ ਜੰਗੀਰ ਕੌਰ ਉਮਰ ਦੇ ਲਿਹਾਜ਼ ਨਾਲ ਮੇਰੇ ਮਾਤਾ ਜੀ ਤੋਂ ਵੀ ਉਹਨਾਂ ਦੀ ਉਮਰ ਵੱਧ ਬਣਦੀ ਹੈ। ਮੈਂ ਰਿਸਪੈਕਟਫੁਲੀ ਪਹਿਲਾਂ ਵੀ ਕਿਹਾ ਤੇ ਹੁਣ ਵੀ ਮੈਂ ਸਤਿਕਾਰ ਨਾਲ ਪੁੱਛੂੰਗਾ, ਤੇ ਪੁੱਛਣਾ ਤਾਂ ਸਾਡਾ ਹੱਕ ਹੈਗਾ ਜੀ। ਤੇ ਜਿਹੜੀ ਲੜਾਈ ਹੈ ਜਿਹੜੀ ਲੜਾਈ ਹੈ ਸਾਡੀ, ਉਹ ਅਸੀਂ ਦੇਖੋ, ਅਸੀਂ ਪ੍ਰਚਾਰ ਕਰਦੇ ਹਾਂ, ਦੀਵਾਨਾ ਜਾਂਦੇ ਹਾਂ, ਉੱਥੇ ਨਾਲ ਅਸੀਂ ਇਹ ਮਸਲੇ ਸੰਗਤ ਨੂੰ ਦੱਸਦੇ ਹਾਂ। ਤੁਹਾਡੇ ਮਾਧਿਅਮ ਰਾਹੀਂ ਹੱਥ ਬੰਨ੍ਹ ਕੇ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਬੇਨਤੀ ਕਰਦਾ ਵੀ ਗੁਰਦੁਆਰਿਆਂ 'ਚ ਪਹਿਰੇ ਪਰਮਾਨੈਂਟ ਕਰੋ। ਉੱਥੇ 4-4 5-5 ਪਿੰਡਾਂ 'ਚ ਆਪਾਂ ਗੁਰਦੁਆਰੇ ਇੱਕ ਪਿੰਡ 'ਚ ਬਣਾ ਲਏ, ਉਹਨੂੰ ਭਾਵੇਂ 1 ਕਰ ਲਓ ਤੇ ਉਹਨੂੰ ਪਰਮਾਨੈਂਟ ਉੱਥੇ ਪੂਰਾ ਠੀਕ ਪ੍ਰਬੰਧ ਆਪਾਂ ਰੱਖੀਏ। ਦੇਖੋ ਇਹ ਬਹੁਤ ਭੈਣ ਜੀ ਸ਼ਰਮਸਾਰ ਵਾਲੀ ਗੱਲ ਹੈ। ਛੋਟੇ ਬੱਚੇ ਸਾਡੇ ਬੇਅਦਬੀ ਦੀਆਂ ਖਬਰਾਂ ਸੁਣਦੇ ਹੋਏ ਵੱਡੇ ਹੋ ਰਹੇ ਹੈ, ਉਹਨਾਂ ਦੀ ਰੂਹ ਦਾ ਨੁਕਸਾਨ ਹੋ ਰਿਹਾ ਹੈ। ਭਵਿੱਖ ਦੇ ਵਿੱਚ ਉਹਨਾਂ ਨੂੰ ਇਹ ਆਮ ਘਟਨਾ ਲੱਗਣ ਲੱਗ ਜਾਣੀ ਹੈ। ਇਹਦੇ ਲਈ ਅਸੀਂ ਸਾਰੇ ਦੋਸ਼ੀ ਹੋਵਾਂਗੇ ਫਿਰ। ਇਸ ਲਈ ਜਾਂ ਪ੍ਰਬੰਧਕ ਉਹ ਬਣਨ ਜਿੱਥੇ ਉੱਥੇ ਪਰਮਾਨੈਂਟ ਪ੍ਰਬੰਧ ਕਰੋ, ਜਾਂ ਕੋਈ ਇਸ ਤਰ੍ਹਾਂ ਦਾ ਸਾਂਝਾ ਫੈਸਲਾ ਪੰਥ ਕਰ ਲਏ ਵੀ ਕਿੰਨੇ ਤੋਂ ਕਿੰਨੇ ਵਜੇ ਤੱਕ ਦਰਬਾਰ ਸਾਹਿਬ ਖੋਲ੍ਹਣਾ ਹੈ। ਇਹ ਬੰਦ ਵੀ ਕਰਨਾ ਪੈਂਦਾ, ਕੋਈ ਨਹੀਂ ਅਰੇਂਜ ਹੁੰਦਾ, ਆਰਥਿਕ ਪ੍ਰੋਬਲਮ ਹੈ। ਪਰ ਇਦਾਂ ਦਾ ਭੈਣ ਜੀ ਕੋਈ ਵੀ ਆ ਕੇ ਕੋਈ ਅੰਕ ਪਾੜ ਦਿੰਦਾ, ਕੋਈ ਤੇਲ ਸਿਰਕ ਕੇ ਅਗਲਾ ਆਉਂਦਾ, ਇਹ ਤਾਂ ਬਹੁਤ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ, ਦੁੱਖਦਾਇਕ ਹੈ। ਅਸੀਂ ਤਾਂ ਜਿਉਂਦੀਆਂ ਜਾਗਦੀਆਂ ਲਾਸ਼ਾਂ ਤੁਰੇ ਫਿਰਦੇ ਹਾਂ, ਮੈਨੂੰ ਤਾਂ ਇਹ ਮਹਿਸੂਸ ਹੁੰਦਾ। ਜੀ ਬਿਲਕੁਲ ਭਾਈ ਸਾਹਿਬ, ਇੱਕ ਸਵਾਲ ਮੈਂ ਹੋਰ ਪੁੱਛਾਂਗੀ ਜਾਂਦਿਆਂ ਦੇ, ਸਿਰਫ ਕੁਝ ਕੁ ਸ਼ਬਦਾਂ ਦੇ ਵਿੱਚ ਬੇਅਦਬੀ ਦੇ ਮਸਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨੂੰ ਤੁਹਾਡਾ ਕੀ ਸੁਨੇਹਾ ਹੈ, ਤੇ ਬੀਬੀ ਜਗੀਰ ਕੌਰ ਨੂੰ ਕੀ ਸੁਨੇਹਾ ਹੈ? ਜੋ ਉਹਨਾਂ ਨੇ ਬੋਲਿਆ ਉਹਦਾ 2 ਸ਼ਬਦਾਂ ਦੇ ਵਿੱਚ ਕੀ ਤੁਹਾਡਾ ਜਵਾਬ? ਭੈਣ ਜੀ, ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਉਹ ਆਪਣੇ ਅੰਦਰ ਇਮਾਨਦਾਰੀ ਲੈ ਕੇ ਆਉਣ। ਜਿਨ ਮਨ ਹੋਰ ਮੁਖ ਹੋਰ, ਗੁਰੂ ਵੀ ਜਾਣਦਾ ਤੇ ਗੁਰੂ ਸੰਗਤ ਵਿੱਚ ਵਸਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਰਾ ਕੁਝ ਲੋਕ ਸਮਝਦੇ ਹੈ। ਬਾਦਲਾਂ ਖਿਲਾਫ ਕੋਈ ਜ਼ਬਾਨ ਨਹੀਂ ਖੁੱਲ ਰਹੀ, ਕੁਛ ਨਹੀਂ ਹੋਇਆ। ਸਾਰੀ ਫੱਟੀ ਤਾਂ ਉਹਨਾਂ ਨੇ ਪੋਚੀ ਹੈ। 1970 ਤੋਂ ਲੈ ਕੇ ਕਿਵੇਂ ਬੇਕਸੂਰਾਂ ਨੂੰ ਮਾਰਿਆ, ਮੇਰੇ ਕੋਲ ਤਾਂ ਸਾਰੇ ਚਿੱਠੇ ਪਏ ਆ ਇਹਨਾਂ ਦੇ। ਤੇ ਉਸ ਤੋਂ ਬਾਅਦ ਬੀਬੀ ਜੰਗੀਰ ਕੌਰ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਬੀ ਜੀ ਦੇਖੋ, ਮੈਂ ਤਾਂ ਤੁਹਾਡੀ ਉਸ ਦਿਨ ਸਵਾਗਤ ਵੀ ਕੀਤਾ। ਇਹ ਨਹੀਂ ਵੀ ਮੈਂ ਉਹਨਾਂ ਦੇ ਗੱਲ ਪੈ ਗਿਆ, ਜੀ ਆਇਆਂ ਕਿਹਾ ਵੀ ਤੁਸੀਂ ਆਏ ਹੋ, ਚੰਗੀ ਗੱਲ ਹੈ, ਆਉਣਾ ਚਾਹੀਦਾ। ਪਰ ਤੁਸੀਂ ਇਮਾਨਦਾਰੀ ਨਾਲ ਇਹਨਾਂ ਸਵਾਲਾਂ ਦੇ ਜਵਾਬ ਦੇ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਤਰ੍ਹਾਂ ਆਪਾਂ ਜਿਹੜਾ ਸੌਦਾ ਸਾਧ ਦਾ ਖਹਿੜਾ ਛੱਡੋ। ਹੁਣ ਉਹਦਾ ਜਿਹੜਾ ਹੇਜ ਆਉਂਦਾ ਤੁਹਾਨੂੰ ਉਹਨੂੰ ਬੰਦ ਕਰੋ। ਕੰਮ ਇੱਕ ਕਰ ਲਓ, ਜਾਂ ਗੁਰੂ ਦੇ ਸਿੱਖ ਬਣ ਜਾਓ, ਨਹੀਂ ਇੱਥੇ ਗੁਰੂ ਦਾ ਖਹਿੜਾ ਛੱਡ ਕੇ ਗੁਰਧਾਮਾਂ ਦਾ ਆਪਣਾ ਸੌਦਾ ਸਾਧ ਦੀ ਜਾ ਕੇ ਗੱਦੀ ਸਾਂਭ ਲਓ। ਸੁਖਵੀਰ ਨੂੰ ਉੱਥੇ ਸਮਾ ਦਿਓ, ਉਹ ਮਤਲਬ ਉਹ ਬਣ ਜੂਗਾ ਮੁਖੀ। ਤੁਸੀਂ ਉਹਦੇ ਅਦਿੱਤਿਆ ਜੇ ਨੇ ਉਹੋ ਜਿਹੀ ਭੂਮਿਕਾ ਤੁਸੀਂ ਨਿਭਾਈ ਜਾਓ। ਤੁਸੀਂ ਨਾਲ ਤਾਂ ਬਣਦੇ ਹੋ ਪੰਥ ਦੇ ਠੇਕੇਦਾਰ, ਪੁਸਤ ਬਣਾਈ ਤੁਸੀਂ ਉਹਨਾਂ ਦੇ ਕਰਦੇ ਹੋ, ਪਰ ਇਹ ਹੁਣ ਚੱਲਣੀ ਨਹੀਂ। ਇਹ ਗੁਰੂ ਤੇ ਭਰੋਸਾ ਰੱਖ ਕੇ ਕਹਿਣਾ ਮੇਰੀ ਕੋਈ ਔਕਾਤ ਨਹੀਂ, ਨਾਲ ਇਹ ਵੀ ਗੱਲ ਸਾਫ਼। ਜੀ ਬਿਲਕੁਲ। तो बहुत बहुत धन्यवाद भाई हरजिंदर सिंह माझी जी साडे नाल इस संजीदा ते बड़े नाजुक मसले ते गलबात करन दे लई। तो साडे धन्यवाद भैन जी, जी आप जी दा भी धन्यवाद भैन जी, बहुत बहुत सारी टीम दा, खालस टीवी दा, तुहाडा भैन हरशरण कौर जी, सारियां दा बहुत बहुत धन्यवाद जी। वाहिगुरू जी का खालसा, वाहिगुरू जी की फतेह। सो द खालस टीवी दे वल्लों बेअदबी मसले दे उत्ते उन्हां चिर तक रिपोर्टिंग लगातार जारी रहेगी ਵੱਖ-ਵੱਖ ਮੁੱਦਿਆਂ ਨੂੰ ਲੈ ਕੇ, ਜਦੋਂ तक बेअदबी का इंसाफ है जिहड़ा वो इस धरती के उत्ते नहीं मिल जाता। धन्यवाद।